मारू महला पहला। पहले पातशाह धन धन सतगुरु श्री गुरु नानक देव साहब जी महाराज मारू राग विच शोभावन उपदेश की बख्शिश करते हैं। काम क्रोध पर हर पर निंदा। हे भाई मंद वासना गुस्सा अते पराई निंदा ये पर हर छड़ दे सुट दे। लब लोभ ताज हो निचिंदा। पदार्थां दे खाण दा लब लालच अते जोड़न दा लोभ ये छड़ करके चिंता तो रहत होना कर। बथेरा खा लिया पी लिया जमा कर लिया हंडा लिया किसी काम नहीं आया। हुण तां इहनूं छड्ड के इह तों रहत हो जा। भरम का संगल तोड़ निराला। जो भरम दा संगल तोड़ के नियारा होया है। हर अंतर हर रस पाया। उसने हरेक दे अंदर वसन वाले हरि परमेश्वर दे प्रेम नूं पाउना कीता है। निसदा मन ज्यों चमक चंदायण देखै। जिवें रात दे हनेरे विच बिजली दी लिशक नाल चानण देखीदा है। अहनिस जोत निरंतर पेखै। इउं ओ गुरमुख दिन रात एक रस ज्योति स्वरूप ब्रह्म नूं देखदा है। आनंद रूप अनूप स्वरूपा। जो मंगल रूप अति उपमा तो रहत स्वरूप प्रभु है। गुर पूरा देखाया। ओहो पूरन गुरा ने प्रगट करके दिखाना कीता है। सतगुर मिलहो आपे प्रभ तारे। हे भाई सतगुरु साहब जी नूं मिलो फिर परमेश्वर आप ही तार देवेगा। सासकार सूर दीपक गैणारे। जदों चंद्रमा के घर विच सूरज चढ़ जाता है तदों आकाश विच दीवा प्रकाश हो जाता है। मतलब जीवा जिवें दीवा प्रकाश करता है तिवें आकाश में चानण हो जाता है। इसे प्रकार सासकार सूर दीपक गैणारे। जदों चंद्रमा की तरह सतोगुण विशिष्ट वैराग वाले हिरदे विच अप्रोह ज्ञान रूप सूरज चढ़ जाता है तदों चिदाकाश स्वरूप का प्रकाश हो जाता है। देख दिष्ट रह होली बलागी। उस दिसन तो रहत प्रभु नो गुरां द्वारा वेख करके उस दे स्वरूप दे विच अपनी बिरती लगा के रहना करो। आप त्रिभुवन ब्रह्म सबाया। क्योंकि वो ब्रह्म तिन्ना भवनां दे विच सारे व्यापक है अति सब दे विच आया होया है। अमृत रस पाए तृष्णा भाहो जाए। जो मनुख मृत्यु तो रहत करन वाले ब्रह्मानंद रे रस नूं पा लैंदा है उस कोलों रसा कसां दी तृष्णा अति यम आदि दा डर चलिया जांदा है। अनभाव पाद पावै आप गवाए। वो आपा भाव हंकार नूं गवा लैंदा है। वो निर्भय अपने आप तो प्रकाश होने वाली स्वरूप की पदवी नूं पा लैंदा है।
ਉੱਚੀ ਪਦਵੀ ਊਚੋ ਊਚਾ ਨਿਰਮਲ ਸ਼ਬਦ ਕਮਾਇਆ। ਜਿਸ ਨੇ ਸਤਿਗੁਰੂ ਸਾਹਿਬ ਜੀ ਦਾ ਉਜਲ ਕਰਨ ਵਾਲਾ ਉਪਦੇਸ਼ ਕਮਾਇਆ ਹੈ ਉਹ ਉੱਚੀ ਤੁਰਿਆ ਪਦ ਰੂ ਪਦਵੀ ਪ੍ਰਾਪਤ ਕਰਕੇ ਉੱਚਿਆਂ ਤੋਂ ਉੱਚਾ ਹੋ ਜਾਂਦਾ ਹੈ। ਅਦ੍ਰਿਸ਼ਟ ਅਗੋਚਰ ਨਾਮ ਅਪਾਰਾ ਜੋ ਦਿਸਣ ਤੋਂ ਰਹਿਤ ਅਤੇ ਇੰਦਰੀਆਂ ਦੇ ਵਿਸ਼ੇ ਪ੍ਰਭੂ ਹੈ ਉਸ ਦਾ ਨਾਮ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਆਤ ਰਸ ਮੀਠਾ ਨਾਮ ਪਿਆਰਾ ਪ੍ਰਭੂ ਦਾ ਪਿਆਰਾ ਨਾਮ ਅਤਿਅੰਤ ਹੀ ਮਿੱਠਾ ਰਸਦਾਇਕ ਹੈ ਜਾਂ ਬ੍ਰਹਮਾਨੰਦ ਦੇਣ ਵਾਲਾ ਹੈ। ਨਾਨਕ ਕਉ ਜੋਗ ਜੋਗ ਹਰ ਜਸ ਦੀਜੈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਹਰੀ ਮੇਰੇ ਤਾਈਂ ਸਦਾ ਸਦਾ ਆਪਣੀ ਕੀਰਤੀ ਕਰਨ ਦਾ ਬਲ ਦੇਣਾ ਕਰੋ। ਹਰ ਜਪੀਐ ਅੰਤ ਨਾ ਪਾਇਆ। ਹੇ ਹਰੀ ਪ੍ਰਭੂ ਤੇਰਾ ਨਾਮ ਜਪਣ ਕਰਕੇ ਵੀ ਅੰਤ ਨਹੀਂ ਪਾਇਆ ਜਾਂਦਾ। ਜਿਨ੍ਹਾਂ ਨੇ ਤੇਰਾ ਨਾਮ ਜਪਿਆ ਉਹਨਾਂ ਦਾ ਵੀ ਅੰਤ ਨਹੀਂ ਪਾਇਆ ਜਾਂਦਾ। ਇਸੇ ਪ੍ਰਕਾਰ ਨਾਨਕ ਕਉ ਜੋਗ ਜੋਗ ਹਰ ਜਸ ਦੀਜੈ। ਜੋਗ ਦਾ ਭਾਵ ਹੈ ਦੋ, ਵਿਵੇਕ ਅਤੇ ਵੈਰਾਗ। ਫਿਰ ਜੋਗ ਚਾਰ, ਜੁਗ ਤੇ ਜੁਗ ਚਾਰ ਭਾਵ ਸ਼੍ਰਵਣ ਮਨਨ ਨਿਧਿਆਸਨ ਅਤੇ ਤਤਵੰਗ ਦੇ ਸੰਸ਼ੋਧਨ ਦੀ ਦਾਤ ਬਖਸ਼ ਕੇ ਹਰ ਜਸ ਦੀਜੈ। ਆਪਣਾ ਕੀਰਤਨ ਹੇ ਵਾਹਿਗੁਰੂ ਸਾਨੂੰ ਕਰਨ ਦੀ ਦਾਤ ਦੇਣਾ ਕਰੋ ਜੀ। ਜਾਂ ਜੋਗ ਦਾ ਭਾਵ ਹੈ ਦੋ, ਭੇਦ ਗਿਆਨ ਨੂੰ ਚੱਕ ਕੇ ਜੀਵ ਈਸ਼ ਦੀ ਏਕਤਾ ਵਿੱਚ ਜੋੜਨ। ਅਤੇ ਜੁਗ ਦੋ ਭਾਵ ਆਤਮਾ ਦੀ ਪਰਮਾਤਮਾ ਦੀ ਏਕਤਾ ਕਰਾਉਣ ਵਾਲਾ ਹਰੀ ਜਸ ਦੇਣਾ ਕਰੋ ਜੀ। ਹਰ ਜਪੀਐ ਅੰਤ ਨਾ ਪਾਇਆ। ਫਿਰ ਵੀ ਤੇਰਾ ਹਰ ਜਸ ਜਪਦੇ ਹੋਇਆ ਤੇਰਾ ਅੰਤ ਨਹੀਂ ਪਾਇਆ ਜਾਂਦਾ। ਅੰਤਰ ਨਾਮ ਪ੍ਰਾਪਤ ਹੀਰਾ। ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਦਾ ਅੰਮ੍ਰਿਤ ਨਾਮ ਰੂਪੀ ਹੀਰਾ ਪ੍ਰਾਪਤ ਹੈ। ਹਰ ਜਪਤੇ ਮਨ ਮਨ ਤੇ ਧੀਰਾ। ਹਰੀ ਪਰਮੇਸ਼ਰ ਦਾ ਨਾਮ ਜਪਦਿਆਂ ਉਸ ਦਾ ਮਨ ਮਨੌਤ ਤੋਂ ਰਹਿਤ ਹੋ ਕੇ ਧੀਰਜਤਾ ਦੇ ਸਹਿਤ ਹੋਇਆ ਹੈ। ਦੋ ਘਟ ਘਟ ਭਾਉ ਭੰਜਨ ਪਾਈਐ। ਕਾਮ ਕ੍ਰੋਧ ਆਦਿਕ ਦੇ ਔਖੇ ਘਾਟਾਂ ਦੀ ਕੁਸੰਗਤ ਛੱਡ ਕੇ ਅਤੇ ਸਤ ਸੰਦੋਖ ਆਦਿਕ ਦੇਵੀ ਗੁਣਾ ਰੂਪ ਸ੍ਰੇਸ਼ਟ ਰਸਤੇ ਦੀ ਹਉਮੈ ਤਿਆਗ ਕੇ ਦੋ ਭਾਵ ਜੰਮਣ ਦੇ ਮਰਨ ਰੂਪ ਘਾਟ ਨੂੰ ਹਿਰਦੇ ਵਿੱਚੋਂ ਘੱਟ ਕਰਕੇ ਭੈ ਨੂੰ ਨਾਸ਼ ਕਰਨ ਵਾਲੇ ਪਰਮੇਸ਼ਰ ਨੂੰ ਪਾ ਲਈਦਾ ਹੈ। ਬਾਹੁੜ ਜਨਮ ਨਾ ਜਾਇਆ। ਇਸ ਨਾਲ ਮੁੜ ਕੇ ਕਿਸੇ ਜਨਮ ਦੇ ਵਿੱਚ ਪੈਦਾ ਨਹੀਂ ਹੋਣਾ ਪੈਂਦਾ ਜਾਂ ਜੰਮਣ ਮਰਨ ਵਿੱਚ ਜਾਂਦਾ ਨਹੀਂ ਹੈ। ਭਗਤ ਹੇਤ ਗੁਰ ਸ਼ਬਦ ਤਰੰਗਾ। ਜੋ ਪਰਮੇਸ਼ਰ ਦੀ ਭਗਤੀ ਨਾਲ ਪ੍ਰੇਮ ਕਰਦੇ ਨੇ ਅਤੇ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦੇ ਨੇ ਉਹਨਾਂ ਨੂੰ ਗੁਰੂ ਜੀ ਤਰੰਗਾ ਤਾਰ ਦੇਣਗੇ, ਤਾਰ ਦਿੰਦੇ ਹਨ। ਇਸੇ ਪ੍ਰਕਾਰ ਭਗਤ ਹੇਤ ਗੁਰ ਸ਼ਬਦ ਤਰੰਗਾ। ਜਿਸ ਦੇ ਹਿਰਦੇ ਅੰਦਰ ਗੁਰਾਂ ਦੇ ਸ਼ਬਦ ਦੀਆਂ ਲਹਿਰਾਂ ਉੱਠਦੀਆਂ ਨੇ ਉਸ ਦਾ ਪਰਮੇਸ਼ਰ ਦੀ ਭਗਤੀ ਨਾਲ ਪ੍ਰੇਮ ਪੈਦਾ ਹੋ ਜਾਂਦਾ ਹੈ। ਹਰ ਜਸ ਨਾਮ ਪਦਾਰਥ ਮੰਗਾ। ਇਸ ਕਰਕੇ ਗੁਰਮੁਖ ਜਨਾਂ ਨੇ ਗੁਰਾਂ ਬਾਸੋਂ ਹਰੀ ਪਰਮੇਸ਼ਰ ਦਾ ਕੀਰਤਨ ਅਤੇ ਨਾਮ ਰੂਪੀ ਪਦਾਰਥ
ਮੰਗਣਾ ਕੀਤਾ ਹੈ। ਹਰ ਭਾਵੈ ਗੁਰ ਮੇਲ ਮਿਲਾਏ। ਜੇਕਰ ਹਰੀ ਪਰਮੇਸ਼ਰ ਨੂੰ ਭਾ ਜਾਵੇ ਤਾਂ ਜਗਿਆਸੂ ਨੂੰ ਗੁਰਾਂ ਦੀ ਮੇਲ ਵਿੱਚ ਮਿਲਾ ਦਿੰਦਾ ਹੈ। ਹਰ ਤਾਰੀ ਜਗਤ ਸਬਾਇਆ। ਇੰਜ ਹਰੀ ਪਰਮੇਸ਼ਰ ਨੇ ਸਾਰੇ ਜਗਿਆਸੂ ਸੰਸਾਰ ਸਮੁੰਦਰ ਤੋਂ ਤਾਰਨਾ ਕੀਤੇ ਹਨ। ਜਿਨ ਜਪ ਜਪਿਓ ਸਤਿਗੁਰ ਮਤਿ ਵਾਕੀ। ਸਤਿਗੁਰਾਂ ਦਾ ਜੋ ਵਾਕ ਹੈ ਸ੍ਰੀ ਮੁਖ ਵਾਕ, ਇੱਕ ਉੱਪਰ ਲਿਖਿਆ ਹੁੰਦਾ ਕਿ ਹੇਠਾਂ ਲਿਖਿਆ ਹੁੰਦਾ। ਅੰਮ੍ਰਿਤ ਵੇਲੇ ਦੀ ਪ੍ਰਾਰੰਭਤਾ ਹੁੰਦਿਆਂ ਸਾਰ ਹੀ ਸਾਡੇ ਮੋਬਾਈਲ 'ਤੇ ਵੀ ਠਾ 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 ਕਰਕੇ ਮੇਰੇ ਖਿਆਲ ਮੁਤਾਬਕ ਜਿਹੜੇ ਮੈਸੇਜ ਭੇਜਦੇ ਨੇ ਹੁਕਮਨਾਮਿਆਂ ਦੇ, ਉਹ ਖੁਦ ਆਪ ਨਹੀਂ ਪੜ੍ਹਦੇ ਹੋਣਗੇ, ਇੰਨੇ ਹੁਕਮਨਾਮੇ ਆ ਜਾਂਦੇ ਨੇ। ਹਰੇਕ ਦਰਬਾਰ 'ਚ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ ਉਹ ਸਾਰੇ ਹੁਕਮਨਾਮੇ ਆਪਾਂ ਪੜ੍ਹ ਸਕਦੇ ਹਾਂ ਆਪਦੇ ਮੋਬਾਈਲ ਤੋਂ ਹੀ। ਸਤਿਗੁਰਾਂ ਦੇ ਜੋ ਵਾਕ ਨੇ ਸ੍ਰੀ ਮੁਖ ਵਾਕ, ਅੰਮ੍ਰਿਤ ਵੇਲੇ ਦਾ ਹੁਕਮਨਾਮਾ ਜਾਂ ਜਿੰਨੀ ਵੀ ਗੁਰਬਾਣੀ ਹੈ ਇਹ ਸ੍ਰੀ ਮੁਖ ਵਾਕ ਹੈ। ਭਾਵ ਗੁਰਾਂ ਦੇ ਜਿਹੜੇ ਬਚਨ ਨੇ ਉਹਨਾਂ ਬਚਨਾਂ ਦੀ ਸਿੱਖਿਆ ਦੁਆਰਾ ਜਿਸ ਪੁਰਖ ਨੇ ਪਰਮੇਸ਼ਰ ਦੇ ਨਾਮ ਦਾ ਜਾਪ ਜਪਿਆ ਹੈ, ਇਸੇ ਪ੍ਰਕਾਰ ਜਿਨ ਜਪ ਜਪਿਓ ਸਤਿਗੁਰ ਮਤਿ ਵਾਕੀ। ਜਿਸ ਨੇ ਸਤਿਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਜਪਿਆ, ਵਾਹ ਕੇ ਵੱਖਰਾ ਵੱਖਰਾ ਮੰਨ ਕੇ ਪਾਠ ਇਕੱਠਾ ਹੀ ਹੈ, ਵਾਹ ਉਸ ਕੇ ਦੇ ਉਸ ਦੇ ਪਾਸ ਹੀ ਸ੍ਰੇਸ਼ਟ ਮਤ ਹੈ, ਜਾਂ ਉਹ ਵਾਕੇ ਬੰਕੇ ਭਾਵ ਸੁੰਦਰ ਜੀਵਨ ਵਾਲਾ ਹੋ ਗਿਆ ਹੈ। ਜਮ ਕੰਕਰ ਕਾਲ ਸੇਵਕ ਭਗਤਾ ਕੀ। ਜਮ ਦੇ ਦਾਸ ਤੇ ਮੌਤ ਦਾ ਸਮਾਦਕ ਉਸ ਪੁਰਖ ਦੇ ਪੈਰਾਂ ਦੇ ਸੇਵਕ ਦਾਸ ਬਣ ਜਾਂਦੇ ਹਨ। ਊਤਮ ਸੰਗਤ ਗਾਤਮਿਤ ਊਤਮ। ਸਤਿਗੁਰਾਂ ਦੀ ਸੰਗਤ ਵੀ ਉੱਤਮ ਸ੍ਰੇਸ਼ਟ ਹੈ ਅਤੇ ਗੁਰਾਂ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਰੂਹ ਮਰਿਆਦਾ ਵੀ ਸ੍ਰੇਸ਼ਟ ਹੈ। ਜਗ ਭਾਉ ਜਲ ਪਾਰ ਤਰਾਇਆ। ਤਿਸ ਮਰਿਆਦਾ ਨੇ ਜੀਵ ਨੂੰ ਪੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਤਾਰ ਦਿੱਤਾ ਹੈ, ਜਾਂ ਜਿਸ ਨੂੰ ਮਹਾਰਾਜ ਫਰਮਾਉਂਦੇ ਨੇ ਕਿ ਉੱਤਮ ਮਰਿਆਦਾ ਪ੍ਰਾਪਤ ਹੁੰਦੀ ਹੈ, ਉਹ ਆਪ ਤਾਂ ਸੰਸਾਰ ਤੋਂ ਤਰਦਾ ਹੀ ਤਰਦਾ ਹੈ, ਹੋਰਨਾਂ ਨੂੰ ਵੀ ਜਹਾਜ਼ ਵਾਂਗ ਤਰਾਉਣਾ ਕਰਦਾ ਹੈ। ਇਹੋ ਭਾਵ ਜਲ ਜਗਤ ਸ਼ਬਦ ਗੁਰ ਤਰੀਐ। ਇਹ ਪੈਦਾਇਕ ਜਲ ਵਾਲਾ ਸੰਸਾਰ ਸਮੁੰਦਰ ਗੁਰਾਂ ਦੇ ਉਪਦੇਸ਼ ਵਿੱਚ ਜੁੜ ਕੇ ਭਾਵ ਸ਼ਬਦ ਦੀ ਕਮਾਈ ਕਰਕੇ ਹੀ ਤਰੀਦਾ ਹੈ। ਅੰਤਰ ਕੀ ਦੁਬਿਧਾ ਅੰਤਰ ਜਰੀਐ। ਜੇ ਮਨ ਦੇ ਅੰਦਰ ਦੀ ਅੰਤਰਾ ਪਾਉਣ ਵਾਲੀ ਦੁਚਿੱਤੀ ਦਵੈਤ ਭਾਵ ਨੂੰ ਮਨ ਦੇ ਵਿੱਚ ਹੀ ਸਾੜਨਾ ਕਰੀਏ ਅਤੇ ਪੰਜ ਬਾਣ ਲੈ ਜਮ ਕਉ ਮਾਰੈ। ਸਤਿਗੁਰਾਂ ਕੋਲੋਂ 5 ਤੀਰ ਲੈ ਕੇ, ਜਿਵੇਂ ਬੰਦਾ ਸਿੰਘ ਬਹਾਦਰ ਨੂੰ ਬਖਸ਼ਿਸ਼ ਹੋਈ ਸੀ, 7 ਦਾ ਤੀਰ, ਸੰਤੋਖ ਦਾ ਤੀਰ, ਦਇਆ, ਧਰਮ ਤੇ ਵਿਚਾਰ ਰੂਪੀ ਤੀਰ ਲੈ ਕੇ ਯਮਦੂਤਾਂ ਦੇ ਡਰ ਨੂੰ ਮਾਰਨਾ ਕਰੀਏ। ਜਾਂ 5 ਨਾਮ ਹੈ ਚੇਤਨ ਦਾ, ਚੇਤਨ ਹੈ ਪ੍ਰਮਾਤਮਾ, ਪ੍ਰਭੂ ਦਾ ਪ੍ਰੇਮ ਰੂਪ ਤੀਰ ਲੈ ਕੇ ਹਰ ਪ੍ਰੇਮ ਬਾਣੀ ਮਨ ਮਾਰਿਆ, ਅਣੀਆਲੇ ਅਣੀਆਂ ਰਾਮ ਰਾਜੇ। ਇਸ ਤੀਰ ਨਾਲ ਜੰਮਣ ਮਨ ਦੇ ਪੈ ਜਾਂ ਅਵਿਦਿਆ ਦੀ ਪੀੜਾ ਨੂੰ ਜਮਾ ਹੀ, ਜਿਸ ਤਰ੍ਹਾਂ ਸਾਡੇ ਮਾਲਵੇ ਵਾਲਿਆਂ ਗੁਰਮੁਖਾਂ ਦੀ ਬੋਲੀ ਹੈ, ਮਤਲਬ ਉੱਕਾ ਹੀ ਇਹਨੂੰ ਮਾਰ ਨਾ ਕਰੀਏ
ਤਾਂ ਫਿਰ ਕੀ ਹੋਵੇਗਾ। ਗਗਨ ਅੰਤਰ ਧਨਖ ਚੜਾਇਆ। ਹਿਰਦੇ ਰੂਪ ਆਕਾਸ਼ ਦੇ ਅੰਦਰ ਧਰਮ ਰੂਪ ਅਦਵੈਤ ਨਿਸ਼ਚੇ ਰੂਪ ਕਮਾਨ ਨੂੰ ਚੜਾਉਣਾ ਕਰੀਦਾ ਹੈ, ਜਾਂ ਮਨ ਰੂਪੀ ਧਨਖ ਨੂੰ ਤੁਰਿਆ ਪਦ ਵਰ ਚਿਦਾਕਾਸ਼ ਦੇ ਅੰਦਰ ਚੜਾ ਲੈਣਾ ਕਰੀਦਾ ਹੈ। ਸਾਖਤ ਨਾਰ ਸ਼ਬਦ ਸੁਰਤ ਕਿਉ ਪਾਈਐ। ਕਠੋਰ ਚਿਤ ਵਾਲੇ ਪਤਿਤ ਪੁਰਖ ਦੇ ਵਿੱਚ ਗੁਰਾਂ ਦੇ ਉਪਦੇਸ਼ ਦੀ ਸ੍ਰੇਸ਼ਟ ਪ੍ਰੀਤੀ ਕਿਵੇਂ ਪਾ ਸਕੀਦੀ ਹੈ, ਜਾਂ ਸ਼ਬਦ ਵਿੱਚ ਸੁਰਤ ਬਿਰਤੀ ਜੋੜਨੀ ਕਿਵੇਂ ਪਾ ਸਕਦੇ ਨੇ, ਕਿਉਂਕਿ ਉਹ ਹੈ ਹੀ ਸਾਖਤ। ਉਹ ਸ਼ਬਦ ਵਿੱਚ ਜੁੜਨਾ ਪਾ ਹੀ ਨਹੀਂ ਸਕਦੇ, ਉਹਨਾਂ ਦਾ ਮਨ ਮਾਇਆ 'ਚ ਲੱਗਾ ਹੋਇਆ। ਸ਼ਕਤੀ ਪੈਸੇ ਦੀ ਉਪਾਸਨਾ ਵਿੱਚ ਉਹ ਪੈਸੇ ਦੇ ਪੀਰ ਬੰਦੇ ਨੇ, ਸਗੀ ਮਾਂ ਦੇ ਸਗੀ ਭੈਣ ਨੂੰ ਵੀ ਨਹੀਂ ਛੱਡਦੇ। ਜਿਹਨੇ ਆਪਦੇ ਭਰਾ ਨਹੀਂ ਪਿਓ ਨਹੀਂ ਛੱਡਿਆ, ਦੂਜੀ ਦਾ ਕੀ ਸਵਾਰ ਹੋਊਗਾ। ਸਭਨਾਂ ਨੂੰ ਠੱਗ ਲੈਂਦੇ ਹਨ। ਉਹਨਾਂ ਦੇ ਭਾਣੇ ਜ਼ਿੰਦਗੀ ਕੇਵਲ ਮਾਇਆ ਹੀ ਹੈ। ਸ਼ਬਦ ਸੁਰਤ ਬਿਨ ਆਈਐ ਜਾਈਐ। ਮਨ ਜਾਂ ਤਾਂ ਪਦਾਰਥਾਂ ਦੇ ਪੈਸੇ 'ਚ ਲਾ ਲਓ ਜਾਂ ਸ਼ਬਦ ਵਿੱਚ ਲਾ ਲਓ, ਇੱਕ 'ਚ ਲੱਗੇਗਾ। ਸੋ ਜੇ ਸ਼ਬਦ ਵਿੱਚ ਸੁਰਤੀ ਜੁੜੀ ਹੋਈ ਨਹੀਂ ਤਾਂ ਗੁਰਾਂ ਦੇ ਉਪਦੇਸ਼ ਵਿੱਚ ਬਿਰਤੀ ਜੋੜਨ ਤੋਂ ਬਿਨਾਂ ਜਿਹੜੇ ਕਾਸ਼ੀ ਦੇ ਵੱਡੇ ਵੱਡੇ ਪੰਡਤ ਸੀਗੇ, ਵੇਖੋ ਉਹ ਹਰੀ ਲਾਲ ਤੇ ਕ੍ਰਿਸ਼ਨ ਲਾਲ ਜਿਹੜੇ ਸ਼ਲੋਕ ਲੈ ਕੇ ਸ੍ਰੀ ਮੰਜੀ ਸਾਹਿਬ ਪਹੁੰਚੇ, ਉਹਨਾਂ ਨੇ ਦੱਸਿਆ ਜੀ ਸਾਡੇ ਦਾਦੇ ਪੜਦਾਦੇ ਬਿਸ਼ਨ ਦੱਤ ਤੇ ਗੋਪਾਲ ਦੱਤ ਇਹ ਉਹਨਾਂ ਦੇ ਸ਼ਲੋਕ ਨੇ। ਉਹਨਾਂ ਦੇ ਪਰਥਾਏ ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਉਚਾਰੇ, ਗੁਰੂ ਸਾਹਿਬ ਨੇ ਉਹਨਾਂ ਨੂੰ ਸ਼ਬਦ ਦੀ ਬਖਸ਼ਿਸ਼ ਕੀਤੀ। ਤੇ ਉਹ ਕੁੱਤਾ ਬਣਿਆ ਹੋਇਆ ਸੀਗਾ ਜਿਹੜਾ ਬਿਸ਼ਨ ਦੱਤ ਸੀਗਾ। ਤੇ ਇਉਂ ਸਾਧ ਸੰਗਤ ਜੀਓ, ਫਿਰ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਵੀ ਕਿਰਪਾ ਕਰਕੇ ਬਖਸ਼ ਲਓ, ਸਾਨੂੰ ਸ਼ਾਂਤੀ ਨਹੀਂ ਆਉਂਦੀ, ਸਾਡਾ ਮਨ ਭਟਕਦਾ ਰਹਿੰਦਾ, ਅਸੀਂ ਬਹੁਤ ਜ਼ਿਆਦਾ ਵਿਦਿਆ ਪੜ੍ਹੀ ਹੈ, ਕਿਰਪਾ ਕਰੋ। ਭੱਟਾ ਨੇ ਵੀ ਇਹੀ ਬੇਨਤੀ ਕੀਤੀ, ਮਹਾਰਾਜ ਸਾਨੂੰ ਸ਼ਾਂਤੀ ਨਹੀਂ ਆਈ। ਜਿਸ ਵੀ ਸਾਧ ਦੇ ਡੇਰੇ 'ਤੇ ਗਏ, ਬਰਸੇ ਕੋਂ ਫਿਰਿਓ ਕਿਨੇ ਨੂੰ ਪਰਚੋ ਲਾਇਓ। ਸ਼ਬਦ ਦਾ ਪਰਚਾ ਨਹੀਂ ਕਿਸੇ ਨੇ ਲਾਇਆ। ਮਾਇਆ ਦੇ ਵਿੱਚ ਹੀ, ਪਦਾਰਥਾਂ ਦੇ ਵਿੱਚ ਹੀ ਮਨ ਉਹਨਾਂ ਦਾ ਖੱਚ ਤੇ ਦੂਸਰਿਆਂ ਨੂੰ ਵੀ ਉਸ ਪਾਸੇ ਤੋਰਦੇ ਨੇ। ਸ਼ਬਦ ਸੁਰਤ ਵੀ ਨਹੀਂ ਆਈਆ ਜਾਈਆ। ਗੁਰਾਂ ਦੇ ਉਪਦੇਸ਼ ਵਿੱਚ ਬਿਰਤੀ ਜੋੜੀ ਤੋਂ ਮਿਲਣਾ, ਭਾਵੇਂ ਗੁਰਦੁਆਰੇ ਵੀ ਆਈ ਜਾਓ, ਆ ਕੇ ਜਾਈ ਜਾਓ, ਸੁਰਤੀ ਤਾਂ ਜੋੜੀ ਹੋਈ ਨਹੀਂ, ਸ੍ਰੇਸ਼ਟ ਪ੍ਰੀਤੀ ਧਾਰੀ ਹੋਈ ਨਹੀਂ। ਪ੍ਰੀਤੀ ਧਾਰੇ ਤੋਂ ਬਗੈਰ ਤੇ ਸੁਰਤ ਜੋੜੇ ਤੋਂ ਬਗੈਰ ਆ ਕੇ ਤੁਰੇ ਜਾਂਦੇ ਨੇ, ਜਾਂ ਸੰਸਾਰ ਵਿੱਚ ਜੀਵ ਜੰਮ ਕੇ ਆਉਂਦੇ ਨੇ ਤੇ ਮਰ ਕੇ ਤੁਰੇ ਜਾਂਦੇ ਹਨ। ਨਾਨਕ ਗੁਰਮੁਖ ਮੁਕਤ ਪਰਾਇਣ। ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ ਕਿ ਗੁਰਮੁਖ ਜਨ ਕਲਿਆਣ ਸਰੂਪ ਬ੍ਰਹਮ ਦੇ ਆਸਰੇ ਰਹਿੰਦੇ ਨੇ, ਆਪ ਮੁਕਤ ਨੇ, ਹੋਰਨਾਂ ਨੂੰ ਮੁਕਤੀ ਦੀ ਆਸਰੇ ਕਰ ਦਿੰਦੇ ਹਨ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਪੂਰੇ ਭਾਗ ਮਿਲਾਇਆ। ਹਰੀ ਪਰਮੇਸ਼ਰ ਨੇ ਉਹਨਾਂ ਪੂਰਨ ਕਰਮਾਂ ਭਾਗਾਂ ਵਾਲਿਆਂ ਨੂੰ ਆਪਣੇ ਸਰੂਪ ਦੇ ਵਿੱਚ ਮਿਲਾਉਣਾ ਕੀਤਾ ਹੈ। ਬਹੁ ਸਤਿਗੁਰ ਹੈ ਰਖਵਾਲਾ। ਸਤਿਗੁਰੂ ਸਾਹਿਬ ਜੀ ਭੈ ਤੋਂ ਰਹਿਤ ਨੇ, ਜਾਂ ਭੈ ਤੋਂ ਰਹਿਤ ਹਰੀ ਦਾ ਹੀ ਸਰੂਪ ਹਨ, ਅਤੇ ਸਿੱਖਾਂ ਦੇ ਲੋਕ ਪਰਲੋਕ ਦੇ ਵਿੱਚ ਰੱਖੇ ਹਨ। ਭਗਤ ਪ੍ਰਾਪਤ ਗੁਰ ਗੋਪਾਲਾ। ਪਰਮੇਸ਼ਰ ਦੇ ਸਰੂਪ ਸਤਿਗੁਰਾਂ ਦੁਆਰਾ ਹੀ ਹਰੀ ਦੀ ਭਗਤੀ ਮਿਲਦੀ ਹੈ। ਧੁਨ ਆਨੰਦ ਅਨਾਹਦ ਵਾਜੈ। ਜਿਸ ਪੁਰਖ ਦੇ ਅੰਦਰ ਆਨੰਦ ਸਰੂਪ ਦੀ ਧੁਨੀ ਇੱਕ ਰਸ ਵੱਜਦੀ ਹੈ। ਗੁਰ ਸ਼ਬਦ ਨਿਰੰਜਨ ਪਾਇਆ। ਉਸ ਨੇ ਗੁਰਾਂ ਦੇ ਉਪਦੇਸ਼ ਵਿੱਚ ਜੁੜ ਕੇ
ਸ਼ੁੱਧ ਸਰੂਪ ਪ੍ਰਭੂ ਨੂੰ ਪਾਉਣਾ ਕੀਤਾ ਹੈ। ਨਿਰਭਉ ਸੋ ਸਿਰ ਨਾਹੀ ਲੇਖਾ। ਉਹ ਪਰਮਾਤਮਾ ਭੈ ਤੋਂ ਰਹਿਤ, ਉਸ ਦੇ ਸਿਰ ਉੱਪਰ ਕੋਈ ਹਿਸਾਬ ਕਿਤਾਬ ਨਹੀਂ ਹੈ। ਆਪ ਲੇਖ ਕੁਦਰਤ ਹੈ ਦੇਖਾ। ਉਹ ਪਰਮਾਤਮਾ ਆਪ ਲੇਖੇ ਹਿਸਾਬ ਕਿਤਾਬ ਤੋਂ ਰਹਿਤ ਹੈ ਅਤੇ ਆਪਣੀ ਸ਼ਕਤੀ ਦੁਆਰਾ ਸਭ ਦੇ ਮੱਥੇ ਦੇ ਲੇਖ ਵੇਖਣ ਵਾਲਾ ਹੈ ਜਾਂ ਸਾਰੀ ਕੁਦਰਤ ਨੂੰ ਦੇਖ ਰਿਹਾ ਹੈ। ਆਪ ਅਤੀਤ ਅਜੋਨੀ ਸੰਭਾਉ। ਉਹ ਪਰਮਾਤਮਾ ਆਪ ਮਾਇਆ ਦੇ ਮੋਹ ਤੋਂ ਅਸੰਗ ਨਿਰਲੇਪ ਜੂਨਾਂ ਤੋਂ ਰਹਿਤ ਅਤੇ ਸੁਤੇ ਹੀ ਆਪਣੇ ਆਪ ਤੋਂ ਹੀ ਪ੍ਰਗਟ ਹੋਣ ਵਾਲਾ ਹੈ। ਨਾਨਕ ਗੁਰਮਤਿ ਸੋ ਪਾਇਆ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਹ ਪਰਮਾਤਮਾ ਗੁਰਾਂ ਦੀ ਸਿੱਖਿਆ ਦੁਆਰਾ ਪਾਇਆ ਜਾਂਦਾ ਹੈ। ਅੰਤਰ ਕੀ ਗਤ ਸਤਿਗੁਰ ਜਾਣੈ। ਸਭ ਜੀਵਾਂ ਦੇ ਅੰਦਰ ਦੀ ਹਾਲਤ ਨੂੰ ਸਤਿਗੁਰੂ ਸਾਹਿਬ ਜੀ ਹੀ ਜਾਣਦੇ ਹਨ। ਸੋ ਨਿਰਭਉ ਗੁਰ ਸ਼ਬਦ ਪਛਾਣੈ। ਜੋ ਗੁਰਾਂ ਦੁਆਰਾ ਗੁਰਾਂ ਦੇ ਉਪਦੇਸ਼ ਨੂੰ ਪਹਿਚਾਨਣਾ ਕਰਦਾ ਹੈ ਉਹ ਭੈ ਤੋਂ ਰਹਿਤ ਹੋ ਜਾਂਦਾ ਹੈ। ਅੰਤਰ ਦੇਖ ਨਿਰੰਤਰ ਬੂਝੈ। ਜੋ ਆਪਣੇ ਹਿਰਦੇ ਦੇ ਅੰਦਰ ਆਤਮਾ ਨੂੰ ਵੇਖ ਕੇ ਪਰਮਾਤਮਾ ਨੂੰ ਇਕਰਾ ਸਮਝਣਾ ਕਰਦਾ ਹੈ। ਅੰਤ ਨਾ ਮਨ ਡੋਲਾਇਆ। ਉਸਨੇ ਆਪਣੇ ਮਨ ਨੂੰ ਹੋਰ ਪਾਸੇ ਵੱਲ ਡਲਾਉਣਾ ਨਹੀਂ ਕੀਤਾ। ਨਿਰਭਉ ਸੋ ਅਭਿਅੰਤਰ ਵਸਿਆ। ਉਹ ਪ੍ਰਭੂ ਭੈ ਤੋਂ ਰਹਿਤ ਹੈ ਜਿਸ ਦੇ ਹਿਰਦੇ ਵਿੱਚ ਉਹ ਵਸ ਗਿਆ ਹੈ। ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੀ ਬਚਨ ਕਰਿਆ ਕਰਦੇ ਸਨ ਕਿ ਅਸੀਂ ਬਾਣੀ ਪੜ੍ਹਦੇ ਸਾਰੇ ਹੀ ਹਾਂ। ਜਿੰਨਾ ਵੀ ਕਿਸੇ ਕੋਲੋਂ ਜ਼ੋਰ ਲੱਗਦਾ ਲਾਉਂਦੇ ਨੇ, ਪਰ ਬਾਣੀ ਹਿਰਦੇ ਵਿੱਚ ਵਸੀ ਦੀ ਇਹ ਨਿਸ਼ਾਨੀ ਹੈ ਕਿ ਜਿਸ ਦੇ ਹਿਰਦੇ ਵਿੱਚ ਗੁਰਬਾਣੀ ਵਸ ਜਾਏ ਉਹ ਬੰਦਾ ਕਿਸੇ ਕੋਲੋਂ ਡਰਦਾ ਨਹੀਂ ਹੈ। ਪੈ ਕਾਹੂ ਕੋ ਦੇਤ ਨਹਿ ਪੈ ਮਾਨਤ ਆਣ, ਕਹੋ ਨਾਨਕ ਸੁਨ ਰੇ ਮਨ ਗਿਆਨੀ ਤਾਹੀ ਬਖਾਣ। ਜਿਹੜਾ ਗਿਆਨੀ ਹੈ ਉਹ ਨਾ ਤਾਂ ਕਿਸੇ ਨੂੰ ਫਜ਼ੂਲ ਦਾ ਭੈ ਦਿੰਦਾ ਹੈ ਤੇ ਨਾ ਹੀ ਫਜ਼ੂਲ ਦਾ ਭੈ ਕਿਸੇ ਦਾ ਮੰਨਦਾ ਹੈ। ਮਹਾਰਾਜ ਰਹਿਰਾ ਸਾਹਿਬ ਦੇ ਪਾਠ ਵਿੱਚ ਫਰਮਾਉਂਦੇ ਨੇ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ੍ਹਾਂ ਨੇ ਹਰ ਜੀ ਜੋ ਨਿਰਭਉ ਹੈ ਉਸ ਦੇ ਨਿਰਭਉ ਨਾਮ ਨੂੰ ਧਿਆਇਆ। ਮੂਲ ਮੰਤਰ ਦੇ ਪਾਠ ਵਿੱਚ ਨਿਰਭਉ ਅੱਖਰ ਵੀ ਆਉਂਦਾ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਜਿਹੜਾ ਮੂਲ ਮੰਤਰ ਦਾ ਜਾਪ ਜਪਦਾ ਰਹਿੰਦਾ ਉਹ ਨਿਰਭਉ ਹੋ ਜਾਂਦਾ ਤੇ ਨਿਰਵੈਰ ਹੋ ਜਾਂਦਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ, ਤਿਨ ਕਾ ਭਉ ਸਭ ਗਵਾਸੀ। ਉਹਨਾਂ ਦਾ ਸਾਰਾ ਡਰ ਮਹਾਰਾਜ ਹਿਰਦੇ 'ਚ ਚੁੱਕ ਦਿੰਦਾ। ਉਹ ਪਰਮਾਤਮਾ ਖੁਦ ਆਪ ਭੈ ਤੋਂ ਰਹਿਤ, ਜਿਸ ਦੇ ਆਪ ਹਿਰਦੇ ਵਿੱਚ ਵਸਿਆ ਉਹ ਵੀ ਨਿਰਭਉ ਹੋ ਜਾਂਦਾ ਹੈ। ਨਿਸ ਨਾਮ ਨਿਰੰਜਨ ਰਸਿਆ। ਫਿਰ ਉਹ ਕਿਸੇ ਦੇ ਡਰ ਮੰਨਣ ਦੀ ਬਜਾਏ ਦਿਨ ਰਾਤ ਸ਼ੁੱਧ ਸਰੂਪ ਪ੍ਰਭੂ ਦੇ ਨਾਮ ਦੇ ਵਿੱਚ ਰਸਿਆ ਰਹਿੰਦਾ ਹੈ। ਨਾਨਕ ਹਰ ਜਸ ਸੰਗਤ ਪਾਈਐ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ ਕਿ ਇਹ ਹਰੀ ਪਰਮੇਸ਼ਰ ਦਾ ਕੀਰਤਨ ਕਰਨਾ ਸਤ ਸੰਗਤ ਵਿੱਚੋਂ ਬਾਈਦਾ ਹੈ। ਹਰ ਸਹਿਜੀ ਸਹਿਜ ਮਿਲਾਇਆ। ਜਿਸ ਨੇ ਇਹ ਜਸ ਪ੍ਰਾਪਤ ਕੀਤਾ ਹੈ ਉਸ ਨੂੰ ਹਰੀ ਪਰਮੇਸ਼ਰ ਨੇ ਸੁਤੇ ਸਿੱਧ ਆਪਣੇ ਸ਼ਾਂਤ ਸਰੂਪ ਗਿਆਨ ਸਰੂਪ ਦੇ ਵਿੱਚ ਮਿਲਾਉਣਾ ਕੀਤਾ ਹੈ। ਅੰਤਰ ਬਾਹਰ
ਸੋ ਪ੍ਰਭ ਜਾਣੈ। ਜਿਹੜਾ ਉਹ ਪਰਮੇਸ਼ਰ ਨੂੰ ਸਰੀਰ ਦੇ ਅੰਦਰ, ਹਿਰਦੇ ਵਿੱਚ ਅਤੇ ਬਾਹਰ ਸੰਸਾਰ ਦੇ ਵਿੱਚ ਵਿਆਪਕ ਜਾਣਦਾ ਹੈ। ਰਹਿ ਆਲਿਪਤ ਚਲਤੇ ਘਰ ਜਨ ਆਣੈ। ਉਹ ਵਿਸ਼ਿਆਂ ਤੋਂ ਨਿਰਲੇਪ ਰਹਿੰਦਾ ਹੈ ਅਤੇ ਚੱਲਦੀ ਹੋਈ ਮਨ ਨੂੰ ਰੋਕ ਕੇ ਹਿਰਦੇ ਰੂਪ ਘਰ ਵਿੱਚ ਅੰਤਰਮੁਖ ਬਿਰਤੀ ਕਰਕੇ ਲਿਆਉਣਾ ਕਰਦਾ ਹੈ। ਉਪਰ ਯਾਦ ਸਰਬ ਤੇ ਹੋ ਲੋਈ। ਜੋ ਪਰਮਾਤਮਾ ਸਾਰਿਆਂ ਦੇ ਸਿਰ ਉੱਪਰ ਹੈ, ਸਾਰਿਆਂ ਦਾ ਮੁੱਢ ਅਤੇ ਤਿੰਨਾਂ ਲੋਕਾਂ ਦੇ ਵਿੱਚ ਪ੍ਰਕਾਸ਼ ਕਰਨ ਵਾਲਾ ਹੈ। ਸਚ ਨਾਨਕ ਅੰਮ੍ਰਿਤ ਰਸ ਪਾਇਆ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਥਨ ਕਰਦੇ ਨੇ ਕਿ ਜਿਸ ਨੇ ਅੰਮ੍ਰਿਤ ਨਾਮ ਰਸ ਨੂੰ ਪਾਇਆ ਉਹ ਸੱਚ ਸਰੂਪ ਦੇ ਵਿੱਚ ਅਭੇਦ ਹੋਇਆ ਹੈ। ਮਾਰੂ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ ਮਾਰੂ ਰਾਗ ਵਿੱਚ ਸ਼ੋਭਾਮਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਕੁਦਰਤ ਕਰਨੈ ਹਾਰ ਅਪਾਰਾ। ਪਾਰਾਵਾਰ ਤੋਂ ਰਹਿਤ ਬੇਅੰਤ ਪਰਮਾਤਮਾ ਆਪਣੀ ਸ਼ਕਤੀ ਮਾਇਆ ਦੁਆਰਾ ਜਗਤ ਨੂੰ ਰਚਨ ਵਾਲਾ ਹੈ। ਕੀਤੀ ਕਾ ਨਾਹੀ ਕਿਹੋ ਚਾਰਾ। ਉਸ ਦੇ ਪੈਦਾ ਕੀਤੇ ਹੋਏ ਜੀਵਨ ਦਾ ਕੁਝ ਵੀ ਜ਼ੋਰ ਨਹੀਂ ਚੱਲਦਾ। ਜਿਸ ਅੱਗੇ ਜ਼ੋਰ ਨਾ ਚੱਲੇ ਖਲੇ ਕੀਚੇ ਅਰਦਾਸ। ਜੀਉ ਪਾਈ ਰਿਜਕ ਦੇ ਆਪੇ। ਉਹ ਪਰਮਾਤਮਾ ਹੀ ਸਭ ਜੀਵਾਂ ਨੂੰ ਪੈਦਾ ਕਰਕੇ ਆਪ ਹੀ ਰੋਜ਼ੀ ਉਪਜੀਵਕਾ ਦੇਣਾ ਕਰਦਾ ਹੈ। ਸਿਰ ਸਿਰ ਹੁਕਮ ਚਲਾਇਆ। ਫਿਰ ਸਾਰਿਆਂ ਦੇ ਸਿਰ ਬਸਿਰ ਆਪਣਾ ਹੁਕਮ ਚਲਾਉਣਾ ਕੀਤਾ ਹੈ। ਹੁਕਮ ਚਲਾਏ ਰਹਿਆ ਭਰਪੂਰੇ। ਪਰਮੇਸ਼ਰ ਆਪਣਾ ਹੁਕਮ ਚਲਾ ਕੇ ਸਭ ਥਾਈਂ ਵਿਆਪਕ ਹੋ ਰਿਹਾ ਹੈ। ਨੇੜਾ ਕਿਸ ਆਖਾਂ ਦੂਰੇ। ਫਿਰ ਉਸ ਨੂੰ ਕਿਸ ਗਿਆਨਵਾਨ ਦੇ ਨੇੜੇ ਤੇ ਕਿਸ ਅਗਿਆਨੀ ਦੇ ਦੂਰ ਆਖਣਾ ਕਰੀਏ। ਭਾਵ ਪਰਮੇਸ਼ਰ ਸਭ ਦਾ ਆਤਮਾ ਰੂਪ ਹੈ। ਕਿਸੇ ਹੋਰ ਚੀਜ਼ ਨੂੰ ਨੇੜੇ ਤੇ ਦੂਰ ਕਿਹਾ ਜਾ ਸਕਦਾ। ਜਿਹੜਾ ਪਰਮੇਸ਼ਰ ਹੈ ਹੀ ਹਿਰਦੇ ਵਿੱਚ, ਉਹਨੂੰ ਨੇੜੇ ਕੀ ਆਖਾਂਗੇ ਤੇ ਦੂਰ ਕੀ ਆਖਾਂਗੇ। ਸਗੋਂ ਅੱਖਾਂ, ਨੱਕ, ਕੰਨ, ਹੱਥ ਪੈਰ ਦੂਰ ਨੇ। ਉਹ ਵਾਹਿਗੁਰੂ ਤਾਂ ਕਹਿੰਦੇ ਸਾਹ ਰਗ ਤੋਂ ਵੀ ਨੇੜੇ ਹੈ। ਨੀਰੈ ਨਾਹੀ ਦੂਰ ਨਿਜ ਆਤਮ ਰਹਿਆ ਭਰਪੂਰ। ਉਪਤ ਪ੍ਰਗਟ ਹਰ ਘਟ ਘਟ ਦੇਖਾਹੋ। ਇਹ ਭਾਈ ਨਿਰਗੁਣ ਸਰੂਪ ਦੇ ਵਿੱਚ ਲੁਕਿਆ ਹੋਇਆ ਅਤੇ ਸਰਗੁਣ ਸਰੂਪ ਦੇ ਵਿੱਚ ਪ੍ਰਤੱਖ ਸਰੂਪ ਹਰੀ ਪਰਮੇਸ਼ਰ ਨੂੰ ਜਾਂ ਅਗਿਆਨੀਆਂ ਦੇ ਹਿਰਦੇ 'ਚ ਗੁਪਤ ਅਤੇ ਗਿਆਨੀਆਂ ਦੇ ਹਿਰਦੇ ਵਿੱਚ ਪ੍ਰਗਟ ਹਰੀ ਨੂੰ ਘਾਟਾਂ ਘਾਟਾਂ ਸਰੀਰਾਂ ਵਿੱਚ ਵਿਆਪਕ ਵੇਖਣਾ ਕਰੋ। ਵਰਤੈ ਤਾਗ ਸਬਾਇਆ। ਉਹ ਅਦੁੱਤੀ ਬ੍ਰਹਮ ਸਾਰਿਆਂ 'ਚ ਵਰਤ ਰਿਹਾ, ਉਸ ਨੂੰ ਤੱਕਣਾ ਕਰੋ ਜੋ ਸਾਰਿਆਂ ਦੇ ਵਿੱਚ ਆਇਆ ਹੋਇਆ ਹੈ। ਸਭ ਆਇਆ, ਸਾਰਿਆਂ ਦੇ ਵਿੱਚ ਉਹਦੀ ਜੋਤ ਆਈ ਹੋਈ ਹੈ। ਜਿਸ ਕਉ ਮੇਲੇ ਸੁਰਤ ਸਮਾਈ। ਜਿਸ ਪੁਰਖ ਨੂੰ ਪ੍ਰਮਾਤਮਾ ਗੁਰਾਂ ਨਾਲ ਮੇਲਦਾ ਹੈ ਉਹਦੀ ਸੁਰਤੀ ਨਾਨਾ ਪਦਾਰਥਾਂ ਦੀ ਮੇਰ ਵੱਲੋਂ ਸਮਾ ਜਾਂਦੀ ਹੈ ਜਾਂ ਉਹਦੇ ਹਿਰਦੇ ਵਿੱਚ ਸੁਰਤ ਸ੍ਰੇਸ਼ਟ ਪ੍ਰੀਤੀ ਸਮਾਉਂਦੀ ਹੈ। ਗੁਰ ਸਬਦੀ ਹਰ ਨਾਮ ਧਿਆਏ। ਉਹ ਗੁਰਾਂ ਦੇ ਉਪਦੇਸ਼ ਦੁਆਰਾ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ ਹੈ। ਆਨੰਦ ਰੂਪ ਅਨੂਪ ਅਗੋਚਰ। ਉਹ ਪ੍ਰਭੂ ਆਨੰਦ ਸਰੂਪ ਉਪਮਾ ਤੋਂ ਰਹਿਤ ਇੰਦਰੀਆਂ ਦੇ ਅਵਿਸ਼ੇ ਹੈ। ਗੁਰ ਮਿਲਿਆ ਭਰਮ ਜਾਇਆ। ਉਸ ਦੇ ਸਰੂਪ ਗੁਰਾਂ ਨਾਲ ਮਿਲਣ ਕਰਕੇ ਭਰਮ ਚਲਿਆ ਜਾਂਦਾ ਹੈ। ਮਨ ਤਨ ਧਨ ਦੇ ਨਾਮ ਪਿਆਰਾ। ਜਿਵੇਂ ਸਾਨੂੰ ਪੈਸਾ ਪਿਆਰਾ ਲੱਗਦਾ, ਆਪਦੀ ਘਰ ਵਾਲੀ ਬੱਚੇ ਪਿਆਰੇ ਲੱਗਦੇ ਨੇ, ਕੋਠੀਆਂ ਪਦਾਰਥ ਪਿਆਰੇ ਲੱਗਦੇ ਨੇ। ਜਿਹੜੇ ਗੁਰਦੁਆਰੇ ਦੇ ਬੰਦੇ ਗੁਰਮੁਖ ਨੇ
ਆ ਜਿਹਨੂੰ ਕਹਿੰਦੇ ਨੇ ਨਿਹੰਗ, ਉਹਨਾਂ ਨੂੰ ਆਪਦੇ ਮਨ ਵਿੱਚ, ਹਿਰਦੇ ਵਿੱਚ ਇੱਕ ਰੱਬ ਤੋਂ ਬਗੈਰ, ਇੱਕ ਵਾਹਿਗੁਰੂ ਤੋਂ ਬਗੈਰ ਤਨ, ਸਰੀਰ, ਧਨ, ਦੌਲਤ, ਇਹਨਾਂ ਸਾਰਿਆਂ ਤੋਂ ਪਰਮੇਸ਼ਰ ਦਾ ਨਾਮ ਹੀ ਪਿਆਰਾ ਲੱਗਦਾ ਹੈ। ਐਸਾ ਉਹਨਾਂ ਦਾ ਸੁਭਾਵ ਹੈ। ਅੰਤ ਸਖਾਈ ਚੱਲਣ ਵਾਰਾ, ਜਿਹੜਾ ਵਾਹਿਗੁਰੂ ਨਾਮ ਮਰਨ ਤੋਂ ਬਾਅਦ ਅਖੀਰ ਦੇ ਸਮੇਂ ਸਹਾਇਕ ਹੋ ਕੇ ਪਰਲੋਕ ਵਿੱਚ ਵੀ ਚੱਲਣ ਵਾਲਾ ਹੈ। ਇਸ ਲਈ ਜਿਹੜਾ ਸਵੇਰ ਦਾ ਸਮਾਂ, ਉਹਨੂੰ ਸਾਂਭੋ, ਘੜੀ ਘੰਟਾ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਕਰੋ। ਨਹੀਂ ਤਾਂ ਆਪਦੇ ਕੋਠੇ 'ਤੇ ਹੀ ਤੁਰ ਫਿਰ, ਕੋਈ ਨਹੀਂ ਬੈਠਾ ਜਾਂਦਾ ਤਾਂ ਕੋਠੇ 'ਤੇ ਹੀ ਬੰਦਾ ਘੜੀ ਸੈਰ ਕਰਕੇ ਵਾਹਿਗੁਰੂ ਵਾਹਿਗੁਰੂ ਕਰੇ। ਸ਼ਾਮਾਂ ਨੂੰ ਨਾਲੇ ਫਿਰ ਰਿਲੈਕਸ, ਤਾਜ਼ੀ ਹਵਾ। ਜਿਹੜਾ ਲੰਚ ਟਾਈਮ ਹੁੰਦਾ ਉਸ ਸਮੇਂ ਵੀ ਆਪਾਂ ਸਮਾਧੀ ਲਾ ਸਕਦੇ ਹਾਂ। ਤੇ ਬਾਕੀ ਟਾਈਮ ਭਾਵੇਂ ਆਪਦੇ ਸਰੀਰ ਦੀ ਰੋਜੀ ਵਾਸਤੇ, ਉਪਜੀਵਕਾ ਵਾਸਤੇ ਯਤਨ ਕਰੋ। ਨਿਤਨੇਮ ਜ਼ਰੂਰੀ ਹੋਣਾ ਚਾਹੀਦਾ ਹੈ। ਜਿਹੜਾ ਮਰਨ ਤੋਂ ਬਾਅਦ ਕੰਮ ਆਉਣਾ, ਜਿਹੜਾ ਪੈਸਾ ਆਪਾਂ ਕਮਾਇਆ ਹੈ, ਉਹ ਸਾਡੇ ਗੁਜ਼ਾਰੇ ਵਾਸਤੇ, ਸਾਡੇ ਪਰਿਵਾਰ ਦੇ ਗੁਜ਼ਾਰੇ ਵਾਸਤੇ ਹੈ। ਪਰ ਅੰਤ ਨੂੰ ਵਾਹਿਗੁਰੂ ਦੇ ਨਾਮ ਨੇ ਹੀ ਸਹਾਇਤਾ ਕਰਨੀ ਹੈ। ਪਰ ਲੋਕ ਦੇ ਵਿੱਚ ਉਹ ਨਾਲ ਚੱਲਣ ਵਾਲਾ ਹੈ। ਅਪਸਾਰ ਨਹੀਂ ਸੰਗ ਬੇਲੀ, ਬਹੁਤਾ ਮੋਹ ਨਹੀਂ ਖਿਲਾਰਨਾ ਚਾਹੀਦਾ। ਕਈਆਂ ਦਾ ਸੁਭਾਅ ਹੈ ਵੀ ਬੰਦਿਆਂ ਨੂੰ ਤਾਂ ਆਪਾਂ ਪਾਣੀ ਨਹੀਂ ਪੁੱਛਦੇ, ਇਹਨਾਂ ਵੀ ਨਹੀਂ ਕਹਿੰਦੇ ਵੀ ਬਹਿ ਜਾ ਪੱਖੇ ਦੀ ਹਵਾ ਲੈ ਲਾ, ਤੇ ਕੁੱਤਿਆਂ ਬਿੱਲਿਆਂ ਨੂੰ ਬੈੱਡਾਂ ਦੇ ਉੱਪਰ ਚੁੰਮਦੇ ਛੱਡਦੇ ਰਹਿੰਦੇ ਆ। ਸੋ ਇਸ ਵਾਸਤੇ ਇਹੋ ਜਿਹਾ ਮੋਹ ਨਹੀਂ ਹੋਣਾ ਚਾਹੀਦਾ। ਮੋਹ ਦਾ ਫੈਲਾ ਅੰਤ ਨੂੰ ਨਾਲ ਬੇਲੀ ਮਿੱਤਰ ਵਾਂਗ ਸਹਾਇਕ ਨਹੀਂ ਹੁੰਦਾ। ਕੁੱਤਿਆਂ ਬਿੱਲਿਆਂ ਦਾ ਵੀ ਆਪਦੇ ਬਲੂੰਗੜਿਆਂ ਦੇ ਨਾਲ, ਕਤੂਰਿਆਂ ਦੇ ਨਾਲ ਮੋਹ ਹੈ। ਚਿੜੀਆਂ ਕਾਵਾਂ ਦਾ ਵੀ ਬੋਟਾਂ ਦੇ ਨਾਲ, ਆਪਦੇ ਬੱਚਿਆਂ ਨਾਲ ਮੋਹ ਹੈ। ਜੇ ਇਕੱਲਾ ਮੋਹ ਦੇ ਵਿੱਚ ਹੀ ਮਸਤ ਰਿਹਾ ਫਿਰ ਇਨਸਾਨ ਬਣੇ ਦਾ ਲਾਭ ਕੀ ਮਿਲਿਆ? ਕੁਛ ਵੀ ਨਹੀਂ। ਇਸ ਲਈ ਮੋਹ ਤੋਂ ਭਾਵੇਂ ਬਹੁਤਾ ਨਹੀਂ, ਜਿਹੜੀ ਬੇੜੀ ਹੈ ਉਹ ਸਾਰੀ ਡੁੱਬੀ ਰਹਿੰਦੀ ਪਾਣੀ 'ਚ, ਸਿਰਫ 4 ਉਂਗਲਾਂ ਸੱਜੇ ਖੱਬਿਓਂ, ਅੱਗੇ ਪਿੱਛੋਂ 4 ਉਂਗਲਾਂ ਉੱਪਰ ਉੱਠਦੀ ਹੈ ਪਾਣੀ ਤੋਂ। ਜੇ ਉਹ 4 ਉਂਗਲਾਂ ਵੀ ਡੁੱਬ ਜਾਏ ਫਿਰ ਆਪ ਵੀ ਡੁੱਬਦੀ, ਪੂਰਾਂ ਦਾ ਪੂਰ ਵੀ ਡੁੱਬ ਦਿੰਦੇ। 2 ਉਂਗਲਾਂ ਸਵੇਰੇ, 2 ਉਂਗਲਾਂ ਸ਼ਾਮ, ਬੇੜੀ ਤਰ੍ਹਾਂ ਭਾਵੇਂ 4 ਉਂਗਲਾਂ ਹੀ ਮੋਹ ਤੋਂ ਉੱਪਰ ਉੱਠੇ, ਪਰ ਉੱਠੇ ਤਾਂ ਸਹੀ। ਜਿਹਨੇ ਅੰਦਰ ਨੂੰ ਕੰਮ ਆਉਣਾ ਉਸ ਵਾਹਿਗੁਰੂ ਦਾ ਨਾਮ ਮੋਹ ਤੋਂ ਉੱਪਰ ਉੱਠ ਕਰਕੇ ਜਪਣਾ ਕਰੇ। ਇਸ ਲਈ ਮਹਾਰਾਜ ਫਰਮਾਉਂਦੇ ਹਨ ਕਿ ਮੋਹ ਪਸਾਰ ਨਹੀਂ ਸੰਗ ਬੇਲੀ। ਮੋਹ ਦਾ ਫੈਲਾ ਅੰਤ ਨੂੰ ਨਾਲ ਮਿੱਤਰ ਵਾਂਗ ਸਹਾਇਕ ਨਹੀਂ ਹੁੰਦਾ। ਜੇ ਕਿਨ ਹਰ ਗੁਰ ਕਿਨ ਸੁਖ ਪਾਇਆ, ਹਰੀ ਸਰੂਪ ਗੁਰੂ ਨੂੰ ਧਾਰਨ ਕੀਤੇ ਤੋਂ ਬਿਨਾਂ ਕਿਸ ਨੇ ਸੁਖ ਪਾਇਆ? ਭਾਵ ਕਿਸੇ ਨੇ ਵੀ ਸੁਖ ਨਹੀਂ ਪਾਇਆ ਹੈ। ਇਸ ਲਈ ਬਾਲ ਬੱਚੇ ਦਾ ਮੋਹ ਦਾ ਤਿਆਗਣਾ, ਫਜ਼ੂਲ ਦਾ, ਕੁੱਤੇ ਬਿੱਲਿਆਂ ਦਾ ਮੋਹ ਵੀ ਛੱਡ ਦੇਣਾ ਚਾਹੀਦਾ ਹੈ। ਜਿਸ ਕਉ ਨਦਰ ਕਰੇ ਗੁਰ ਪੂਰਾ, ਪੂਰਾ ਗੁਰੂ ਜਿਸ ਉਤੇ ਕਿਰਪਾ ਦ੍ਰਿਸ਼ਟੀ ਕਰਦਾ ਹੈ। ਸ਼ਬਦ ਮਿਲਾਏ ਗੁਰ ਮਤ ਸੂਰਾ, ਜੋ ਗੁਰੂ ਸੂਰਮਾ ਹੈ ਉਹ ਗੁਰਮਤਿ ਗੁਰ ਸਿੱਖਿਆ ਦੇ ਕੇ ਅਤੇ ਸ਼ਬਦ ਉਪਦੇਸ਼ ਦੀ ਕਮਾਈ ਕਰਵਾ ਕੇ ਵਾਹਿਗੁਰੂ ਨਾਲ ਮਿਲਾ ਦਿੰਦਾ ਹੈ। ਨਾਨਕ ਗੁਰ ਕੇ ਚਰਨ ਸਾਰੇ ਬਾਹੋ, ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਹੇ ਭਾਈ, ਗੁਰੂ ਦੇ ਚਰਨ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਹੈ? ਅਕਾਲ ਪੁਰਖ। ਅਕਾਲ ਪੁਰਖ ਦੇ ਚਰਨ ਕਿਹੜੇ ਨੇ? ਚਿੱਤ ਚਰਨ ਨਾਮ। ਸਾਡਾ ਗੁਰੂ ਕੌਣ ਹੈ? ਸ੍ਰੀ ਗੁਰੂ ਨਾਨਕ ਦੇਵ ਜੀ। ਦਸੇ ਪਾਤਸ਼ਾਹੀਆਂ, ਤਿੰਨਾਂ ਦਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤਿੰਨਾਂ ਦੇ ਚਰਨ ਕਮਲ ਸੇਵਨਾ ਕਰੋ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਜਿਨ ਭੂਲਾ ਮਾਰਗ ਪਾਇਆ, ਜਿਸ ਸਤਿਗੁਰੂ ਨੇ ਭੁੱਲਾ ਹੋਇਆ ਮਨ ਭਾਵ ਭਗਤੀ ਦੇ ਰਸਤੇ ਉੱਪਰ ਪਾਇਆ ਹੈ।
ਸੰਤ ਜਨਾ ਹਰ ਧਨ ਜਸ ਪਿਆਰਾ। ਜਿਵੇਂ ਅਸੀਂ ਪੈਸੇ ਦੇ ਪੀਰ ਆ, ਸਾਨੂੰ ਪੈਸਾ, ਸਾਨੂੰ ਆਪਦੇ ਬੱਚੇ ਪਿਆਰੇ ਨੇ, ਇਸ ਤਰ੍ਹਾਂ ਜਿਹੜੇ ਰੱਬ ਦੇ ਘਰ ਦੇ ਗੁਰਦੁਆਰੇ ਦੇ ਬੰਦੇ ਅਸਲੀ ਸੰਤ ਬ੍ਰਹਮ ਗਿਆਨੀ ਮਹਾਂਪੁਰਖ ਨੇ। ਹੇ ਪ੍ਰਮਾਤਮਾ, ਉਹਨਾਂ ਸੰਤ ਜਨਾਂ ਨੂੰ ਤੇਰਾ ਨਾਮ ਰੂਪੀ ਧਨ ਅਤੇ ਕੀਰਤਨ ਕਰਨਾ ਹੀ ਪਿਆਰਾ ਲੱਗਦਾ ਹੈ। ਭਾਈ ਜਸਬੀਰ ਸਿੰਘ ਜੀ ਖੰਨੇ ਵਾਲੇ, ਉਹਨਾਂ ਦਾ ਕੀਰਤਨ ਨਾਲ ਇੰਨਾ ਪਿਆਰ ਸੀਗਾ। ਮੈਂ ਉਹਨਾਂ ਦੇ ਦਰਸ਼ਨ ਕੀਤੇ। ਕਨੂੰਪੁਰ ਕਾਲੇ ਬਾਬਾ ਦਰਸ਼ਨ ਸਿੰਘ ਜੀ ਬ੍ਰਹਮ ਗਿਆਨੀ ਸਨ। ਉਹ ਚੜ੍ਹਾਈ ਕਰਕੇ ਆਪਾਂ ਇਕੱਠੇ ਹੋਏ ਸੀ। ਚਿਹਰਾ ਲਾਲ ਸੁਰਖ ਜਦ ਗਾਉਂਦੇ, ਪੰਚਮ ਸੁਰ 'ਤੇ ਗਾਉਂਦੇ, ਐਵੇਂ ਢਿੱਲਾ ਜਿਹਾ ਉਦਾਸੀਆਂ ਜੀਆਂ ਵਾਂਗ। ਇਸ ਤਰ੍ਹਾਂ ਕੀਰਤਨ ਫੱਬਦਾ ਹੀ ਨਹੀਂ। ਜਿਸ ਤਰ੍ਹਾਂ ਹਰਿਮੰਦਰ ਸਾਹਿਬ ਦੇ ਰਾਗੀ ਤੁਸੀਂ ਸੁਣੋਗੇ, ਜਿੰਨਾ ਚਿਰ ਕੀਰਤਨ ਹੁੰਦਾ ਉਹ ਪੂਰੇ ਵਜਦ ਪਿਆਰ ਦੇ ਵਿੱਚ, ਪੂਰੀ ਸੁਰ ਲੈ ਤਾਲ ਤੇ ਦਿਲੋਂ ਤਨੋਂ ਮਨੋਂ ਗਾਉਂਦੇ ਨੇ। ਤੇ ਭਾਈ ਸਾਹਿਬ ਨੂੰ ਜਦ ਸਿਰੋਪਾ ਮਿਲਿਆ, ਚਿਹਰਾ ਦਗਦਾ ਕਰਦਾ, ਸਿਰੋਪਾ ਦਾ ਗਲ 'ਚ ਪਾ ਲਿਆ ਤੇ ਜਿਹੜਾ ਲਿਫਾਫਾ ਉਹਨਾਂ ਦਿੱਤਾ ਉਹ ਉੱਥੇ ਹੀ ਮੱਥਾ ਟੇਕ ਕੇ ਨਮਸਕਾਰ ਕਰਕੇ ਆ ਗਏ ਵੀ ਵਾਧੂ ਦਾ ਕੀ ਚੁੱਕਣਾ, ਇੱਥੇ ਵੀ ਤਾਂ ਗੁਰਦੁਆਰੇ ਲਾਉਣਾ ਤੇ ਉਹ ਵੀ ਗੁਰਦੁਆਰਾ ਹੀ ਹੈ। ਤੋ ਇਸ ਤਰ੍ਹਾਂ ਹੀ ਮਹਾਂਪੁਰਖਾਂ ਦਾ, ਰੱਬ ਦੇ ਪਿਆਰਿਆਂ ਦਾ ਸੁਭਾਅ ਹੈ। ਉਹਨਾਂ ਦਾ ਪਿਆਰ ਕੇਵਲ ਕੀਰਤਨ ਕਰਨ ਦੇ ਵਿੱਚ, ਨਿਸ਼ਕਾਮ ਕੀਰਤਨ। ਧੰਨ ਭਾਈ ਮਰਦਾਨਾ ਸਾਹਿਬ ਜੀ, ਜਿਨ੍ਹਾਂ ਦੇ ਸਤਿਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤੀ। ਮਰ ਕਹਿੰਦੇ ਪੈਸਾ ਲੈਣਾ, ਵਧਾਈ ਮੰਗੀ ਵਿਆਹ ਦੀ ਕਿ ਹੇ ਗੁਰੂ ਨਾਨਕ ਸਾਹਿਬ, ਤੂੰ ਸਾਡੇ ਮਾਤਾ ਸੁਲੱਖਣੀ ਨੂੰ ਵਿਆਹ ਕੇ ਸੁਲਤਾਨਪੁਰ ਲੋਧੀ ਆਇਆ ਵੀ ਮੈਂ ਤੇਰਾ ਮਰਾਸੀ ਹਾਂ, ਵਧਾਈ ਦੇ। ਮਰ ਕਹਿੰਦੇ ਪੈਸਾ ਚਾਹੀਦਾ ਕਿ ਲੱਡੂ ਜਲੇਬੀਆਂ, ਉਹ ਤਾਂ ਖਾ ਵੀ ਲਈਆਂ ਹੋਣਗੀਆਂ, ਟੋਕਰਾ ਭਰ ਕੇ ਵੀ ਦਿੱਤਾ ਹੋਊਗਾ, ਚੁੱਕ ਲਾ ਪੈਸਾ ਜਿੰਨਾ ਚਾਹੀਦਾ, ਜੋ ਕੁਝ ਖਾਣਾ ਖਾ। ਪਰ ਇੱਕ ਗੱਲ ਹੈ, ਜੇ ਮੇਰੀ ਬੇਨਤੀ ਮੰਨੇ, ਇਹ ਤਾਂ ਤੈਨੂੰ ਹਰੇਕ ਬੰਦਾ ਦਿੰਦਾ ਹੈ, ਤੂੰ ਹੋਰ ਵੀ ਕਦੋਂ ਲੈ ਲਏਗਾ। ਪਰ ਜੇ ਤੂੰ ਮੇਰੇ ਮਨ ਦੀ ਗੱਲ ਹੈ, ਮੇਰੇ ਮਨ ਦੀ ਮਨਸਾ ਮੁਤਾਬਕ ਵਧਾਈ ਲੈਣੀ ਹੈ, ਤਾਂ ਫਿਰ ਮੈਂ ਤੈਨੂੰ ਇੱਕ ਗੁਣ ਦੇਵਾਂ। 10 ਗੁਣ ਚਾਹੀਦਾ ਕਿ ਕੁਝ ਹੋਰ ਚਾਹੀਦਾ? ਕਹਿੰਦਾ ਜੀ ਮੈਨੂੰ ਗੁਣ ਬਖਸ਼ੋ। ਕਹਿੰਦੇ ਗੁਣ ਮੈਂ ਤੈਨੂੰ ਤਾਂ ਦਿਆਂਗਾ ਜੇ ਗੁਰੂ ਘਰ ਰਹਿ ਕੇ ਨਿਸ਼ਕਾਮ ਉਸ ਗੁਣ ਦੀ ਵਰਤੋਂ ਕਰੇਗਾ। ਕਹਿੰਦਾ ਜੀ 7 ਬਚਨ। ਮੈਂ ਉੱਥੇ ਜਾ ਕੇ ਕੀ ਕਰਨਾ ਘਰ? ਸੋ ਜਿਸ ਤਰ੍ਹਾਂ ਦਾ ਮਰਜ਼ੀ ਸੁਭਾਅ ਸੀ, ਪਰ ਹੈ ਬੜੇ ਪਿਆਰ ਵਾਲਾ ਗੁਰਮੁਖ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਇੱਕੋ ਹੀ ਬਚਨ ਨਾਲ ਉਹਨੇ ਆਪਦਾ ਘਰ-ਬਾਰ ਤਿਆਗ ਦਿੱਤਾ। ਮਰ ਕਹਿੰਦੇ ਜਾ ਫਿਰ ਅੱਜ ਤੋਂ ਬਾਅਦ ਤੈਨੂੰ ਗਾਉਣ ਵਜਾਉਣ ਦਾ ਗੁਣ ਦਿੱਤਾ, ਤੇ ਇਹ ਹੁਣ ਸਾਡੇ ਕੋਲ ਬੈਠ ਕੇ ਰੱਬ ਦੀ ਬਾਣੀ ਨੂੰ ਗਾਉਣਾ ਹੈ, ਸਾਨੂੰ ਸੁਣਾਉਣਾ ਹੈ। ਇੰਜ ਜਿਹੜੇ ਮਰਦਾਨਾ ਜੀ ਵਰਗੇ ਗੁਰਮੁਖ ਪਿਆਰੇ ਸੰਤ ਜਨ ਨੇ, ਮਹਾਂਪੁਰਖ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ, ਸੋ ਜਿਨ੍ਹਾਂ ਨੇ ਬੜੇ ਪਿਆਰ ਦਾ ਧਾਰਨਾ ਦਾ ਕੀਰਤਨ ਪ੍ਰਾਰੰਭ ਕੀਤਾ, ਐਸੇ ਸੰਤਾਂ ਨੂੰ ਨਾਮ ਰੂਪੀ ਧਨ ਤੇ ਵਾਹਿਗੁਰੂ ਦਾ ਕੀਰਤਨ ਕਰਨਾ ਹੀ ਪਿਆਰਾ ਲੱਗਦਾ ਹੈ। ਗੁਰਮਤਿ ਪਾਇਆ ਨਾਮ ਤੁਮਾਰਾ। ਇਹ ਹਰੀ, ਉਹਨਾਂ ਸੰਤ ਜਨਾਂ ਨੇ ਗੁਰਾਂ ਦੀ ਸਿੱਖਿਆ ਦੁਆਰਾ ਤੇਰਾ ਨਾਮ ਪਾਉਣਾ ਕੀਤਾ ਹੈ। ਜਾਚਕ ਸੇਵ ਕਰੀ ਦਰ ਹਰ ਕੈ। ਹੇ ਹਰੀ, ਆਪ ਜੀ ਦੇ ਦੁਆਰੇ ਉੱਪਰ ਜਗਿਆਸੂ ਰੂਪ ਜਾਚਕ ਮੰਗਤੇ ਟਹਿਲ ਕਰਦੇ ਹਨ। ਟਹਿਲ ਮਹਿਲ ਤਾਕੋ ਮਿਲੇ ਜਾਕੋ ਸਾਧ ਕਿਰਪਾਲ। ਮੈਂ ਗੁਰਦੁਆਰਾ ਦੋਖ ਨਿਵਾਰਨ ਸਾਹਿਬ ਪਟਿਆਲਾ ਕੱਲ ਗੁਰਮੁਖਾਂ ਦੀ ਰਸਨਾ ਤੋਂ ਕਥਾ ਸਰਵਣ ਕਰ ਰਿਹਾ ਸੀ। ਸ਼ਾਮਾਂ ਨੂੰ ਇਤਿਹਾਸ ਦੀ ਕਥਾ ਚੱਲ ਰਹੀ ਸੀ। ਇਹੀ ਪੰਕਤੀ ਉਹਨਾਂ ਪੜ੍ਹ ਕੇ ਸੁਣਾਈ ਤੇ ਕੁਦਰਤੀ ਇਤਿਹਾਸ ਵੀ ਬਾਬੇ ਹਨੂਮਾਨ ਸਿੰਘ ਦਾ ਸੁਣਿਆ। ਸ੍ਰੀ ਅਕਾਲ ਤਖਤ ਸਾਹਿਬ ਦੇ 7ਵੇਂ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ, ਜਿਸ ਵਕਤ ਸਾਧ ਸੰਗਤ ਜੀਓ ਸਿੰਘਾਂ ਦਾ ਸਮਾਂ ਸੀਗਾ ਤੇ ਉਸ ਵਕਤ ਮੁਸਲਮਾਨਾਂ ਦਾ ਜ਼ੋਰ ਸੀ
ਤੇ ਸਿੰਘਾਂ ਦੇ ਨਾਲ ਜੰਗ ਯੁੱਧ ਹੁੰਦੇ ਰਹਿੰਦੇ ਸੀ। ਪੰਥ ਪ੍ਰਕਾਸ਼ ਦੇ ਵਿੱਚ ਰਤਨ ਸਿੰਘ ਭੰਗੂ ਜੀ ਨੇ ਲਿਖਿਆ ਕਿ ਜ਼ਕਰੀਆ ਨੇ ਸਿੰਘਾਂ ਤੋਂ ਭੈ ਖਾ ਕੇ, ਕਿਉਂਕਿ ਸਿੰਘ ਆਉਂਦਿਆਂ ਜਾਂਦਿਆਂ ਨੂੰ ਲੁੱਟ ਲੈਂਦੇ, ਸਰਕਾਰੀ ਬੰਦਿਆਂ ਨੂੰ ਹਮਲਾ ਕਰਕੇ ਉਹਨਾਂ ਦਾ ਨੁਕਸਾਨ ਕਰਦੇ, ਤੇ ਉਹਨੇ ਡਰਦੇ ਮਾਰਿਆਂ ਨੇ ਖਿਲਤ ਭੇਜੀ ਨਵਾਬੀ ਦੀ ਸ੍ਰੀ ਅਕਾਲ ਤਖਤ ਸਾਹਿਬ ਤੇ। ਜਦੋਂ ਖਿਲਤ ਭੇਜੀ ਤੇ ਕੋਈ ਲਵੇ ਨਾ, ਕਹਿਣ ਲੱਗੇ ਵੀ ਆਪਾਂ ਸਰਕਾਰੀ ਕੁਰਸੀ ਨੂੰ ਕੀ ਕਰਨਾ, ਸਾਨੂੰ ਤਾਂ ਮਹਾਰਾਜ ਨੇ ਪਾਤਸ਼ਾਹੀ ਦਿੱਤੀ ਆ, ਬਾਣੀ ਦਾ ਨਿਤਨੇਮ ਕਰਾਂਗੇ। ਸਰਕਾਰ ਦੀ ਚੀਜ਼ ਲੈ ਕੇ ਤੇ ਬੰਦਾ ਗੁਲਾਮ ਹੋ ਜਾਂਦਾ। ਇੱਕ ਮੈਂ ਸ਼ੁਭ ਵਿਚਾਰ ਪੜ੍ਹਿਆ ਕਿਸੇ ਦਾ ਲਿਖਿਆ, ਔਰ ਉਹ ਮੇਰੇ ਮਨ 'ਚ ਘਰ ਕਰ ਗਿਆ। ਆ ਥੋੜ੍ਹੇ ਦਿਨ ਹੋ ਗਏ ਪੜ੍ਹਿਆ। ਜਿਹੜਾ ਬੰਦਾ ਤੁਹਾਨੂੰ ਕਹੇ ਨਾ ਵੀ ਤੁਹਾਨੂੰ ਮੈਂ ਫ੍ਰੀ ਦਿੰਦਾ, ਉਹ ਤੋਂ ਹਮੇਸ਼ਾ ਦੂਰ ਰਹੋ। ਇੱਥੋਂ ਤੱਕ ਲੋਕ ਗੁਰਦੁਆਰੇ ਨੂੰ ਵੀ ਨਹੀਂ ਛੱਡਦੇ, ਕੈਂਪ ਲਾਉਂਦੇ ਨੇ, ਲੈਬੋਰਟਰੀਆਂ ਖੋਲ੍ਹਦੇ ਨੇ, ਆਖੇ ਜੀ ਫ੍ਰੀ ਫਰੂ ਕੱਖ ਨਹੀਂ ਹੁੰਦਾ, ਸਿਰਫ ਇੱਥੇ ਪਰਚੀਆਂ ਹੀ ਬਣਦੀਆਂ ਨੇ, ਹੋਰ ਨਹੀਂ ਕੁਛ ਵੀ ਹੁੰਦਾ। ਆਪ ਦਾ ਫੋਨ ਨੰਬਰ ਦਿੰਦੇ ਨੇ, ਕਹਿੰਦੇ ਆ ਜਾਇਓ, ਜਿੱਥੇ ਜਾਣਾ ਉੱਥੇ ਮੋਟੀਆਂ ਸਾਰੀਆਂ ਫੀਸਾਂ। ਜੇ ਪੁੱਛੋ ਪੈਸਾ ਕਿੰਨਾ, ਗੁੱਸਾ ਕਰਦੇ ਵੀ ਪੁੱਛਿਆ ਤੇ ਪੁੱਛਿਆ ਕਿਉਂ। ਉਹ ਭਲਿਆ ਮਾਨਸ ਉੱਥੇ ਜਾ ਕੇ ਜੋ ਹੇਠਾਂ ਉੱਪਰ ਵੇਖਣਾ, ਤੁਸੀਂ ਦੱਸੋ ਲੋਕਾਂ ਨੂੰ ਵੀ ਇੰਨਾ ਮਾਲ ਲੈ ਕੇ ਆਇਓ ਭਾਈ, ਸਾਡੇ ਮਨ ਵਿੱਚ ਐਸੀ ਭੁੱਖ ਹੈ। ਤੋ ਜਿਹੜਾ ਬੰਦਾ ਕਹੇ ਵੀ ਤੁਹਾਨੂੰ ਫ੍ਰੀ ਦਿੰਦੇ ਆ, ਸਮਝ ਲਓ ਵੀ ਉਹ ਤੁਹਾਨੂੰ ਕੈਚ ਕਰ ਰਿਹਾ, ਤੁਹਾਨੂੰ ਗੁਲਾਮ ਕਰਨ ਦੀ ਕੋਸ਼ਿਸ਼ ਕਰਦਾ। ਸੜਕ 'ਤੇ ਖੜ੍ਹੇ ਹੋ, ਟੈਂਪੂ ਵਾਲੇ ਨੂੰ 50 ਰੁਪਏ ਦੇ ਦਿਓ, ਪਰ ਜਿਹੜਾ ਬੰਦਾ ਕਹੇ ਵੀ ਮੇਰੇ ਮਗਰ ਬੈਠ ਮੈਂ ਤੈਨੂੰ ਫ੍ਰੀ ਲੈ ਜਾਣਾ, ਉਹਨੂੰ ਹੱਥ ਜੋੜ ਕੇ ਕਹੋ ਵੀ 10 ਰੁਪਏ ਉਹ ਲੈ ਜਾ, ਜੋ ਕੁਛ ਤੈਨੂੰ ਚਾਹੀਦਾ ਸਾਡੇ ਕੋਲ ਵੈਸੇ ਮੰਗ ਲਾ, ਵੀ ਸਾਨੂੰ ਪਰੇਸ਼ਾਨ ਨਾ ਕਰ, ਤੂੰ ਆਪਦਾ ਫ੍ਰੀ ਆਪਣੇ ਕੋਲ ਰੱਖ। ਸਾਡਾ ਸਿੰਘ ਇੱਕ ਵਾਰ ਫਸ ਗਿਆ, ਬੜਾ ਭੋਲਾ ਭਾਲਾ ਸਰਦਾਰ ਹਿੰਮਤ ਸਿੰਘ, ਭਾਵੇਂ ਮਿਲ ਕੇ ਪੁੱਛ ਲਿਓ, ਸੰਤੀ ਮਾਜਰੇ, ਬਹੁਤਾ ਹੀ ਗੁਰਮੁਖ ਹੈ, ਬਹੁਤਾ ਜ਼ਿਆਦਾ ਹੀ, ਹੱਦੋਂ ਵੱਧ ਬਿਹਾਰ ਦਾ ਗੁਰਮੁਖ ਸਰਦਾਰ ਹਿੰਮਤ ਸਿੰਘ ਸੰਤੀ ਮਾਜਰੇ। 24 ਆਵਰ ਗੁਰਦੁਆਰੇ 'ਚ ਉਹਦਾ ਪਹਿਰਾ ਹੁੰਦਾ, ਕਦੇ ਆਉਂਦੇ ਜਾਂਦੇ ਮੱਥਾ ਟੇਕਿਓ, ਪ੍ਰਸ਼ਾਦ ਤੁਹਾਨੂੰ ਮਿਲੂਗਾ। ਉਹ ਲੁਧਿਆਣੇ ਰੇਲਵੇ ਸਟੇਸ਼ਨ 'ਤੇ ਉਤਰਿਆ ਤੇ ਕਿਸੇ ਨੇ ਫ੍ਰੀ ਰਾਈਡ ਦਿੱਤੀ। ਉਹ ਜਿਹੜੇ ਉਹ ਉੱਪਰ ਸੜਕਾਂ ਚੜ੍ਹਦੀਆਂ, ਇੱਕ ਤੇ ਫਲਾਈਓਵਰ, ਇੱਕ ਡਾਊਨ ਹੁੰਦੇ ਹੇਠਾਂ ਹਨੇਰਾ ਜਿਹਾ, ਉਧਰ ਨੂੰ ਲਿਜਾ ਕੇ ਉਹਨੇ ਬਥੇਰਾ ਆਖਿਆ ਵੀ ਮੇਰਾ ਰਾਹ ਤਾਂ ਹੋ ਰਿਹਾ, ਕਹਿੰਦਾ ਨਹੀਂ ਕੋਈ ਨਹੀਂ, ਇੱਧਰ ਟ੍ਰੈਫਿਕ ਜ਼ਿਆਦਾ, ਇੱਧਰ ਦੀ ਲੈ ਕੇ ਜਾਣਾ। ਸਾਧੂ ਸੰਤਾਂ ਕੋਲ, ਸੇਵਾਦਾਰਾਂ ਕੋਲ ਕੀ ਹੋਣਾ, ਕਸ਼ਹਿਰੇ ਤੇ ਚੋਲੇ, ਨਵੇਂ ਕੱਪੜੇ ਦੇ, ਕੱਪੜਾ ਦੇ ਖਾਦੀ ਖੜੀ, ਤੇ ਪੈਸਾ ਵੀ ਚਲੋ ਖਾ ਲਿਆ ਮੁਕਾ ਲਿਆ। ਹੁਣ ਮਹਿਤੇ ਸਾਹਿਬ ਜਾਣਾ, ਟਾਈਮ ਖਰਾਬ ਕਰਨਾ, ਦਰਜੀ ਕੋ ਸਮਾਂ ਲੈਣਾ, ਇੱਕ ਇੱਕ ਚੋਲੇ ਨੂੰ ਮਹੀਨਾ ਲਾ ਦਿੰਦੇ, ਤੇ 10-12 ਚੋਲੇ ਕਸ਼ਹਿਰੇ ਸਮਾਉਣੇ ਕਿੰਨੇ ਔਖੇ। ਉਹ ਬੈਗ ਦਾ ਬੈਗ ਹੀ, ਹੋਰ ਤਾਂ ਕੁਛ ਉਹਨੂੰ ਮਿਲਿਆ ਨਹੀਂ। ਤੇ ਬਥੇਰਾ ਉਹਨੇ ਯਤਨ ਕੀਤਾ, ਉਹਨੇ ਵਧੋ ਵਧੀ ਉਹਦਾ ਖਿਲਾਰ ਕੇ ਐਕਟਿਵਾ ਜੋ ਵੀ ਮੋਟਰਸਾਈਕਲ ਹੇਠਾਂ ਉਤਰਿਆ। ਉਤਰ ਤਾਂ ਗਿਆ ਤੇ ਅੱਗੇ ਪਤਾ ਨਹੀਂ ਕੀ ਹੁੰਦਾ ਜੇ ਨਾ ਉਤਰਦਾ, ਪਰ ਬੈਗ ਨਹੀਂ ਉਹਦਾ ਮਿਲਿਆ। ਤੇ ਇਸ ਲਈ ਜਿਹੜਾ ਬੰਦਾ ਕਹੇ ਵੀ ਫ੍ਰੀ ਵਾਲੇ ਪਾਸੇ ਨਾ ਜਾਇਓ। ਗੋਰਿਆਂ ਨੇ ਸਾਡੇ ਦੇਸ਼ ਦੇ ਵਿੱਚ ਕਈ ਕੁਝ ਫ੍ਰੀ ਲਿਆਂਦਾ ਸੀਗਾ। ਆ ਜਿਹੜੀ ਸੜੀ ਜੀ ਚਾਹ ਸਾਡੇ ਜੱਟਾਂ ਦੀ ਨਹੀਂ ਹੈ, ਜੱਟਾਂ ਦੀ ਹੈ ਲੱਸੀ, ਮੱਖਣ, ਦੁੱਧ, ਮਲਾਈ, ਉਹ ਤਾਂ ਕਿਤੇ ਹੁਣ ਲੱਭਦੇ ਨਹੀਂ। ਜਿੱਥੇ ਜਾਓ ਚਾਹ ਹੀ ਪ੍ਰਧਾਨ, ਚਾਹ ਦਾ ਲੰਗਰ ਜੀ, ਨਾਲੇ ਲੰਗਰ ਤੇ ਨਾਲੇ ਚਾਹ। ਮੈਂ ਹੈਰਾਨ ਹੁੰਦਾ ਵੀ ਇਹ ਕਿੱਧਰ ਦਾ ਲੰਗਰ ਹੋ ਗਿਆ। ਮਤਲਬ ਨਸ਼ੇ ਦਾ ਵੀ ਲੰਗਰ ਲੱਗਦਾ ਗੁਰਦੁਆਰੇ। ਲੰਗਰ ਤਾਂ ਚੰਗੇ ਪਦਾਰਥ ਦਾ ਹੁੰਦਾ ਹੈ, ਚਾਹ ਤਾਂ ਹੈ ਹੀ ਨਸ਼ੇ ਦਾ ਘਰ, ਸਰੀਰ ਨੂੰ ਸਰੂਰ ਦਿੰਦੀ ਹੈ। ਇਹ ਗੋਰਿਆਂ ਦੀ ਹੈ, ਕਹਿੰਦੇ ਤੰਬਾਕੂ ਦੀ ਪੁੱਠ ਦਿੱਤੀ ਹੁੰਦੀ,
ਆ ਜਿਹੜਾ ਕਾਲਾ रंग, पत्तियां तो हरियां हुंदियां ने, वो काली किवें बन जाती है? फिर पींदियां सार ते सरूर जिहा क्यों चढ़दा? बाहरलियां कंट्रियां च भी चाह फ्री अजे तक, साडे तां भावें हुण मुੱਲ ਦੀ हो गई। ਪਹਿਲੋਂ ਪਹਿਲ ਗੋਰਿਆਂ ने साडे ते रेलवे स्टेशनां ते फ्री कीती सीगी। एक मैं उदाहरण दी छोटी जी। तो इस वास्ते जिहड़ा फ्री वाला काम है वो गुलामी का कारण है। तो इसलिए किसी को मंगना या किसी को लैना, माँ प्यो आपदे बच्चों को समझाते भी हे बच्चा, हे काका जी, राह जांदियां कोई भी तुहानू चीज़ देवे, बदो बदी भी तुहाडे पल्ले पावे भी कोई पैसा नहीं, उन्होंने हथ जोड़ के कहो भी मैं नहीं लेना। आपदे माँ प्यो को साडे को मंगो, कहंदे इस घर में है सो तो ढूंढ खाहे, और किसी ही के तो मत ही जाहे। इसलिए कैनेडा दे विच मैं वेखिया, उत्थे रैड इंडियन उत्थों के मूल वासी आदिवासी ने, गौरमेंट ने उन्हां दा खाना फ्री किया होया, उन्हां दीयां चौंपड़ियां फ्री कीतियां होईयां, घर बार बच्चियां दी अजकल हुण पढ़ाई होण लग पई, पहलां भी नहीं सीगी। महीने बाद शराब दीयां पेटियां उत्थे भेज दिंदे ने, होर नशा पता भी टीके लाई जाओ, बोतलां पीवी जाओ, उन्होंने चेता ही नहीं होण दिंदे। खाना पीना ही इन्ना सुट दिता भी असीं इत्थों दे आदिवासी, असीं गुलाम, ये गोरियां ने साडे देश ते कब्जा किया होया। जे चेता आऊगा तां ही गुलामी दी जिंदगी तो बाहर आउणगे। खाना ही इन्ना दे देना भी चेता ही भुल जाना। कबूतरां नूं भी दाना पा के काबू करीदा। तो इस तरीके दे नाल होर किसी तो मंगण दी बजाए सतगुरु महाराज दे चरनां दे विच जाचक जन जाचै प्रभ दान, कर किरपा देवो हर नाम। हे महाराज, हे हरि, सस जाचक सेव करे दर हर कै। असीं आप जी दे द्वारे उपर जगियासू बन के, मंगते बन के तेरे दर दे मंगते हैं जी। आप दी सेवा, आप दी टहल करनी मंगते हैं जी। किसी होर दी टहल करन दो कुछ प्राप्त नहीं होने वाला। रब दे घर दी टहल करन दो महल स्वरूप की प्राप्ति होंदी है। जिस वक्त ਸਿੰਘਾਂ ने वो जिहड़ी कुर्सी दी अहदे दी खिलत आई सी, उन्होंने दुरकार दिता, कहंदे लै जाओ भाई शबेग सिंह जी, वो सरकारी वकील सी, आपां नहीं लैणी लूने। तो उन्होंने फिर बैठ के कहंदे निहंग फौजो बड़ी प्यार नाल समझाया भी ये तो उन्हें डरदे मारिया ने आप नूं भेटा दिती है, कोई तुहानूं गुलाम नहीं उन्हें करना, तुहानूं कौन गुलाम कर सकदा। तुसीं जकारे छड्डो, शस्त्र चलाओ, युद्ध करो, तुहानूं कौन रोकदा। ये तो वध जो कुछ लैना होर भी लै लो, पर यह तो उन्हें एक भेटा रूप दे विच भेजी है, तुसीं लै लो। जबरदस्ती कोई ना मन्निया। फिर कहंदे भी हुण लवे कौन नवाबी दी खिलत, नवाबी दा सिरों पाओ। एक सिंह पंक्ति पढ़ रहा सी, गुरबाणी का पाठ करते हैं, पंज ग्रंथी का नित्र टहल महल ताको मिले जाको साध कृपा। कहंदे ओ वेखो नवाब कपूर सिंह जी जो घोड़ियां दी लिद सामभदे, साफ सफाई करते होंदे, कहंदे वो गुरु घर दा सेवादार है, टहलुआ है, उन्होंने महल के अंदर बुलाओ। उन्होंने बुलाया, कहन लगे नहीं जे तुसीं नहीं किसी ने लैनी तो मैं क्यों लऊँगा, भी मैंने तो सेवा चाहिए। फिर पंज सिंघां ने इकट्ठे होकर कहते बाई आर्डर तेनों हुक्म जारी कर दे भी तेनों इस रुपा लेना पऊगा, नवाब बनना पएगा। इन्ने सिंह वेखो त्याग विराग वाले होंगे। फिर वो हथ जोड़ के रोई पे, कहते भी मेरी एक बेनती सुनोगे, मैनूं बोलण का अधिकार तो है, मैं बेनती तो कर सकदा ना। गुरु अगे भी बेनती करी दी है। कहते हाँ जी दसो। कहते जिहड़ी खिलत आई है पंजां प्यारियां दे चरनां नूं पहलां छुहाओ, तां मेरे सिर ते कलगी लाओ। तो दूजी बेनती ये है भी सवेर शाम जो मैं घोड़ियां की लिद चुका, मैनू किसी ने रोकना नहीं है। तो उन्होंने दिन चढ़न तो पहला पहला ही तबीलियां जाके लिद साफ कर देनी, मुड़ के नहा धो के सबना का इशनान करा के आप नहा धो के सोहने बड़े सज फब के दस्तारा कलगी ला के अकाल तख्त ते आके बैठना। बुढ़ा दल के जथेदार रहे ने, उन्होंने दो जथे बनाए, 40 सालों तो हेठा तरना दल ते 40 सालों तो उपर बुढ़ा दल।
ਬੁੱਢੇ ਦਲ ਦਾ ਪ੍ਰਬੰਧ ਗੁਰਦੁਆਰਿਆਂ ਦਾ ਤੇ ਤਰਨਾ ਦਲ ਵਿਚਰ ਕੇ ਮੁਹਿੰਮਾਂ ਕਰਦਾ। ਤੋ ਇੰਜ हे ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਇਹ ਮੰਗਤੇ ਤੇਰੇ ਦਰ ਤੋਂ ਇਹ ਦਾਨ ਮੰਗਦੇ ਹਾਂ ਜੀ, ਕਿਰਪਾ ਕਰੋ ਸਾਨੂੰ ਆਪ ਦੇ ਘਰ ਦੀ ਸੇਵਾ, ਆਪ ਦੇ ਘਰ ਦੀ ਟਹਿਲ ਦੇਣਾ ਕਰੋ। ਹਰ ਦਰਗਾਹ ਜਸ ਗਾਇਆ, ਇਹ ਹਰੀ ਤੇਰੀ ਦਰਗਾਹ ਦੇ ਵਿੱਚ ਵੀ ਉਹਨਾਂ ਜਗਿਆਸੂਆਂ ਦਾ ਜਸ ਗਾਇਆ ਜਾਂਦਾ ਹੈ। ਸਤਿਗੁਰ ਮਿਲੈ ਤਾ ਮਹਿਲ ਬੁਲਾਈ, ਨਵਾਬ ਕਪੂਰ ਸਿੰਘ ਵਰਗੇ ਜਗਿਆਸੂਆਂ ਨੂੰ ਸਤਿਗੁਰੂ ਜੀ ਮਿਲ ਕੇ ਅਕਾਲ ਤਖਤ ਰੂਪ ਮਹੱਲ ਦੇ ਅੰਦਰ ਬੁਲਾ ਕੇ ਖੁਦ ਆਪ ਮੈਸੇਜ ਦੇ ਕੇ ਬੁਲਾਵਾ ਭੇਜ ਕੇ ਤੇ ਜਥੇਦਾਰ ਬਣਾਉਂਦੇ ਹਨ। ਸਾਚੀ ਦਰਗਾਹ ਗਾਤ ਪਾਤ ਪਾਈ, ਫਿਰ ਉਹ ਜਗਿਆਸੂ ਸੱਚਖੰਡ ਰੂਪ ਸੱਚੀ ਦਰਗਾਹ ਵਿੱਚ ਕਲਿਆਣ ਤੇ ਪ੍ਰਤਿਸ਼ਠਾ ਪਾਉਂਦਾ, ਪਤੀ ਪ੍ਰਭੂ ਦੀ ਪ੍ਰਾਪਤੀ ਪਾਉਂਦਾ ਹੈ। ਸਾਖਤ ਠਾਉਰ ਨਾਹੀ ਹਰ ਮੰਦਰ, ਜਿਹੜੇ ਸਾਖਤ ਪੁਰਖ ਨੇ ਉਹਨਾਂ ਨੂੰ ਹਰਮੰਦਰ 'ਚ ਜਗ੍ਹਾ ਨਹੀਂ ਮਿਲਦੀ ਹੈ, ਉਹ ਜਾ ਹੀ ਨਹੀਂ ਸਕਦੇ। ਕਠੋਰ ਚਿੱਤ ਵਾਲੇ ਪੁਰਖ ਨੂੰ ਹਰੀ ਦੇ ਸਾਧ ਸੰਗਤ ਰੋਗ ਜਾਂ ਮਨੁੱਖਾ ਸਰੀਰ ਰੂਪ ਮੰਦਰ ਵਿੱਚ ਜਗ੍ਹਾ ਨਹੀਂ ਮਿਲਦੀ। ਉਹ ਭੂਤ ਬਣ ਕੇ 84 ਭੋਗਦੇ ਨੇ ਜਾਂ ਅਧਿਸ਼ਟਾਨ ਸਰੂਪ ਹਰੀ ਵਿੱਚ ਠਹਿਰਨਾ ਨਹੀਂ ਮਿਲਦਾ। ਜਨਮ ਮਰੈ ਦੁਖ ਪਾਇਆ, ਸਾਖਤ ਪੁਰਖ ਜੰਮਦੇ ਨੇ ਮਰਦੇ ਨੇ, ਬਹੁਤ ਦੁੱਖ ਪਾਉਂਦੇ ਹਨ। ਸੇਵੋ ਸਤਿਗੁਰ ਸਮੁੰਦ ਅਥਾਹ, ਇਸ ਕਰਕੇ ਗੁਣਾਂ ਦੇ ਬੇਅੰਤ ਸਮੁੰਦਰ ਰੂਪ ਸਤਿਗੁਰੂ ਨੂੰ ਸੇਵਨਾ ਕਰੋ ਜਾਂ ਅਥਾਹ ਡੂੰਘੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਸਤਿਗੁਰੂ ਨੂੰ ਸੇਵਨਾ ਕਰੋ। ਪਾਵਹੁ ਨਾਮ ਰਤਨ ਧਨ ਲਾਹਾ, ਅਤੇ ਸਤਿਗੁਰਾਂ ਪਾਸੋਂ ਨਾਮ ਰੂਪੀ ਰਤਨ ਮਾਨਕ ਅਤੇ ਆਤਮਿਕ ਧਨ ਦਾ ਲਾਭ ਪਾਉਣਾ ਕਰੋ। ਲਿਖਿਆ ਮਲ ਜਾਇ ਅੰਮ੍ਰਿਤ ਸਰ ਨਾਵਹੁ, ਇਹ ਭਾਈ ਅੰਮ੍ਰਿਤ ਦੇ ਸਰੋਵਰ ਭਾਵ ਸਾਧ ਸੰਗਤ ਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਨਹਾਉਣਾ ਕਰੋ। ਇਸ ਨਾਲ ਵਿਸ਼ਿਆਂ ਦੀ ਮਾਇਆ ਦੀ ਇਸ਼ਿਆ ਰੂਪ ਅਵਿਦਿਆ ਰੂਪ ਮੈਲ ਚਲੀ ਜਾਵੇਗੀ। ਗੁਰ ਸਰ ਸੰਤੋਖ ਪਾਇਆ, ਇਸ ਲਈ ਸਤ ਸੰਤੋਖ ਆਦਿ ਗੁਣਾਂ ਦੇ ਸਰੋਵਰ ਗੁਰੂ ਸਾਹਿਬ ਜੀ ਨੂੰ ਪਾਉਣਾ ਕਰੋ। ਇੰਜ ਗੁਣਾਂ ਦਾ ਸਰੋਵਰ ਸਤਿਗੁਰੂ ਪ੍ਰਾਪਤ ਹੋ ਜਾਵੇਗਾ। ਸਤਿਗੁਰ ਸੇਵਹੁ ਸੰਕ ਨਾ ਕੀਜੈ, ਹੇ ਭਾਈ ਸਤਿਗੁਰਾਂ ਦੀ ਸੇਵਾ ਕਰਦਿਆਂ ਸ਼ੰਕਾ ਨਾ ਕਰੋ। ਗੁਰੂ ਦੇ ਹੁਕਮ ਤੇ ਕਰਨੀ ਦੇ ਵਿੱਚ ਆਸਾ ਮਾਹੇ ਨਿਰਾਸ ਰਹੀਜੈ, ਇਸ ਇੱਛਾ ਰੂਪ ਸੰਸਾਰ ਵਿੱਚ ਆਸਾ ਤੋਂ ਰਹਿਤ ਹੋ ਕੇ ਰਹਿਣਾ ਕਰੋ। ਸੰਸਾ ਦੁਖ ਬਿਨਾਸਨ ਸੇਵਹੁ, ਇਹ ਭਾਈ ਪ੍ਰਮਾਣਗਤ ਪਰਮੇਗਤ ਸੰਸਿਆ ਤੇ ਜੰਮਣ ਮਰਨ ਆਦਿਕ ਦੁੱਖਾਂ ਨੂੰ ਨਾਸ਼ ਕਰਨ ਵਾਲੇ ਸਤਿਗੁਰੂ ਨੂੰ ਸੇਵਨਾ ਕਰੋ। ਫਿਰ ਬਹੁੜ ਰੋਗ ਨਾ ਲਾਇਆ, ਮੁੜ ਕੇ ਤੁਹਾਨੂੰ ਹਉਮੈ ਅਗਿਆਨ ਆਦਿਕ ਦਾ ਰੋਗ ਨਹੀਂ ਲਾਇਆ ਜਾਵੇਗਾ। ਸਾਚੀ ਭਾਵੈ ਤਿਸ ਵਡਿਆਈ, ਜੋ ਸੱਚੇ ਪ੍ਰਭੂ ਨੂੰ ਭਾ ਜਾਂਦਾ ਹੈ ਤਿਸ ਨੂੰ ਆਪਣੇ ਸਰੂਪ ਦੀ ਪ੍ਰਾਪਤੀ ਰੂਪ ਵਾਹਿਗੁਰੂ ਵਡਿਆਈ ਬਖਸ਼ਦਾ ਹੈ। ਕੌਣ ਸੋ ਦੂਜਾ ਤਿਸ ਸਮਝਾਈ, ਉਹ ਦੂਜਾ ਕਿਹੜਾ ਹੈ ਜੋ ਤਿਸ ਪ੍ਰਭੂ ਨੂੰ ਸਮਝਾਵੇ। ਹਰ ਗੁਰ ਮੂਰਤ ਏਕਾ ਵਰਤੈ, ਹਰੀ ਪਰਮੇਸ਼ਰ ਅਤੇ ਗੁਰੂ ਇੱਕ ਸਰੂਪ ਹੋ ਕੇ ਵਰਤ ਰਹੇ ਹਨ। ਨਾਨਕ ਹਰ ਗੁਰ ਪਾਇਆ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਨੇ ਕਿ ਹਰੀ ਨੂੰ ਗੁਰੂ ਤੇ ਗੁਰੂ ਨੂੰ ਹਰੀ ਪਾਉਂਦਾ ਹੈ। ਵਾਚੈ ਪੁਸਤਕ ਵੇਦ ਪੁਰਾਨਾ, ਇੱਕ ਪੰਡਤ ਲੋਕ ਵੇਦਾਂ ਪੁਰਾਣਾ ਤੇ ਹੋਰਨਾਂ ਪੁਸਤਕਾਂ ਨੂੰ ਵਾਚਦੇ ਪੜ੍ਹਦੇ ਰਹਿੰਦੇ ਹਨ। ਇੱਕ ਬਹਿ ਸੁਨਹਿ ਸੁਨਾਵੈ ਕਾਨਾ, ਇੱਕ ਸਰੋਤੇ ਬੈਠ ਕੇ ਸੁਣਦੇ, ਇੱਕ ਬਖਤੇ ਹੋ ਕੇ ਉਹਨਾਂ ਦੇ ਕੰਨਾਂ ਵਿੱਚ ਸੁਣਾਉਂਦੇ ਨੇ। ਅਜਗਰ ਕਪਟ ਕਹੋ ਕਿਉ ਖੁੱਲੈ, ਇਹ ਭਾਈ ਦੱਸੋ ਖਾਂ
ਕਿ ਅਸਹਿ ਭਾਰ ਵਾਲੇ ਪੰਜਾਂ ਕੋਸ਼ਾਂ ਰੂਪੀ ਕਵਾੜ ਦਰਵਾਜ਼ੇ ਕਿਵੇਂ ਖੁੱਲ੍ਹ ਸਕਦੇ, ਭਾਵ ਨਹੀਂ ਖੁੱਲ੍ਹ ਸਕਦੇ। ਸਤਿਗੁਰ ਤਤ ਨਾ ਪਾਇਆ। ਸਤਿਗੁਰਾਂ ਤੋਂ ਬਿਨਾਂ ਕਿਸੇ ਪੜ੍ਹਨ ਪੜ੍ਹਾਉਣ ਸੁਣਨ ਸੁਣਾਉਣ ਵਾਲੇ ਨੇ ਸਾਰ ਸਿਧਾਂਤ ਸਰੂਪ ਪ੍ਰਭੂ ਨੂੰ ਨਹੀਂ ਪਾਇਆ। ਕਰਹਿ ਬਿਭੂਤ ਲਗਾਵੈ ਭਸਮ। ਕਈ ਲੋਕ ਅੰਦਰੋਂ ਤਾਂ ਪੈਸਾ ਇਕੱਠਾ ਕਰਨ ਦੀ ਮਨਸਾ ਰੱਖਦੇ ਤੇ ਬਾਹਰੋਂ ਸਰੀਰ ਉੱਪਰ ਸਵਾਲ ਲਗਾਉਂਦੇ ਨੇ। ਇੱਕ ਮੰਗਤੀ ਫੜੀ ਹੈ ਟੈਕਸ ਵਾਲਿਆਂ ਨੇ, ਪਤਾ ਨਹੀਂ 1 ਕਰੋੜ ਰੁਪਈਆ ਉਹਦੇ ਅਕਾਊਂਟ ਵਿੱਚੋਂ ਨਿਕਲਿਆ ਇੱਕ ਮੰਗਤੀ ਦੇ। ਇਉਂ ਸਵਾਹ ਦਾ ਗੋਲਾ ਬਣਾ ਕੇ ਉਹਨੂੰ ਕੱਪੜੇ ਛਾਣ ਕਰਕੇ ਸਰੀਰ 'ਤੇ ਸਵਾਹ ਲਗਾਉਂਦੇ ਜਾਂ ਸਵਾਹ ਵਰਗੇ ਸੜੇ ਕੱਪੜੇ ਪਾਉਂਦੇ ਵੀ ਲੋਕਾਂ ਨੂੰ ਪਤਾ ਲੱਗੇ। ਤੇ ਪੈਸੇ ਦਾ ਕੋਈ ਥਾਂ ਨਹੀਂ ਹੈ। ਅੰਤਰ ਕ੍ਰੋਧ ਚੰਡਾਲ ਸੁਹਮ। ਹਿਰਦੇ ਵਿੱਚ ਕ੍ਰੋਧ ਹੈ ਚੰਡਾਲ ਦੀ ਤਰ੍ਹਾਂ, ਭਲੀ ਪ੍ਰਕਾਰ ਹੰਗਤਾ ਮਮਤਾ ਉਹਨਾਂ ਨੂੰ ਚੰਬੜੀ ਰਹਿੰਦੀ ਹੈ। ਪਾਖੰਡ ਕੀਨੇ ਜੋਗ ਨਾ ਪਾਈਐ। ਇੰਜ ਪਖੰਡ ਕਰਕੇ ਜੁੜਨਾ ਨਹੀਂ ਪਾਈਦਾ ਵਾਹਿਗੁਰੂ ਵਿੱਚ। ਸਤਿਗੁਰ ਅਲਖ ਨਾ ਪਾਇਆ। ਸਤਿਗੁਰਾਂ ਤੋਂ ਬਿਨਾਂ ਅਲਖ ਵਾਹਿਗੁਰੂ ਨਹੀਂ ਪਾਇਆ ਜਾਂਦਾ। ਤੀਰਥ ਵਰਤ ਨੇਮ ਕਰਹਿ ਉਦਿਆਨਾ। ਲੋਕ ਤੀਰਥਾਂ ਦੇ ਜਾ ਕੇ ਇਸ਼ਨਾਨ ਕਰਦੇ, ਕਈ ਇਕਾਦਸ਼ੀ ਆਦਿਕਾਂ ਦੇ ਵਰਤ ਤੇ ਨੇਮ ਕਰਦੇ, ਕਈ ਉਜਾੜਾਂ ਵਿੱਚ ਵਿਚਰਦੇ ਰਹਿੰਦੇ ਹਨ। ਜਾਤ ਸਤ ਸੰਜਮ ਕਥਾ ਹੈ ਗਿਆਨਾ। ਕਈ ਜਾਤ ਰੱਖਦੇ, ਸੱਤ ਬੋਲਦੇ, ਇੰਦਰੀਆਂ ਦਾ ਦਮਨ ਧਾਰਦੇ ਤੇ ਗਿਆਨ ਦੀਆਂ ਗੱਪਾਂ ਮਾਰਦੇ ਨੇ। ਰਾਮ ਨਾਮ ਬਿਨ ਕਿਉ ਸੁਖ ਪਾਈਐ। ਨਿਤਨੇਮ ਕਰਦਾ ਕੋਈ ਨਹੀਂ, ਨਾਮ ਦੀ ਮਾਲਾ ਕੋਈ ਫੇਰਦਾ ਨਹੀਂ। ਦੱਸੋ ਰਮੇ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਕੋਈ ਸੁੱਖ ਜਾਂ ਆਨੰਦ ਪਾ ਸਕਦਾ? ਨਹੀਂ ਪਾ ਸਕਦਾ। ਬਿਨ ਸਤਿਗੁਰ ਭਰਮ ਨਾ ਜਾਇਆ। ਸਤਿਗੁਰਾਂ ਨੂੰ ਧਾਰਨ ਕੀਤੇ ਤੋਂ ਬਿਨਾਂ ਭਰਮ ਕਿਵੇਂ ਜਾਂਦਾ? ਨਹੀਂ ਜਾਂਦਾ। ਨਿਉਲੀ ਕਰਮ ਭੁਯੰਗਮ ਭਾਠੀ। ਕਈ ਜੋਗੀ ਨੇਤੀ ਤੋਤੀ ਆਦਿ ਕਰਮਾਂ ਨੂੰ ਕਰਦੇ, ਕਈ ਭੁਯੰਗਮਾ ਨਾੜੀ ਦੁਆਰਾ ਪ੍ਰਾਣਾਂ ਨੂੰ ਦਸਮ ਦੁਆਰ ਵਿੱਚ ਚੜਾਉਂਦੇ ਨੇ। ਰੇਚਕ ਕੁੰਭਕ ਪੂਰਕ ਮਨ ਹਾਠੀ। ਕਈ ਮਨ ਦੀ ਜਿੱਦ ਨਾਲ ਸਵਾਸਾਂ ਨੂੰ ਉਤਾਰਨਾ, ਮਤਲਬ ਰੇਚਕ ਪੂਰਕ ਸਵਾਸਾਂ ਨੂੰ ਚੜਾਉਣਾ ਤੇ ਕੁੰਭਕ ਸਵਾਸਾਂ ਨੂੰ ਠਹਿਰਾਉਣਾ ਕਰਦੇ ਹਨ। ਪਾਖੰਡ ਧਰਮ ਪ੍ਰੀਤ ਨਹੀਂ ਹਰਸਾਓ। ਲੋਕ ਦਿਖਾਵੇ ਵਾਲਾ ਧਰਮ ਧਾਰਨ ਨਾਲ ਪਰਮੇਸ਼ਰ ਨਾਲ ਪ੍ਰੀਤੀ ਪੈਦਾ ਨਹੀਂ ਹੁੰਦੀ ਹੈ। ਸ਼ਬਦ ਮਹਾਰਸ ਪਾਇਆ। ਜਿਸ ਨੇ ਗੁਰੂ ਦਾ ਸ਼ਬਦ ਕਮਾਇਆ ਉਹਨੇ ਵੱਡੇ ਬ੍ਰਹਮਾਨੰਦ ਰੂਪ ਰਸ ਨੂੰ ਪਾ ਲਿਆ ਹੈ। ਕੁਦਰਤ ਦੇਖ ਰਾਹੀ ਮਨ ਮਾਨਿਆ। ਜਿਨ੍ਹਾਂ ਦਾ ਮਨ ਪਰਮੇਸ਼ਰ ਦੇ ਸਰੂਪ ਗੁਰਾਂ ਦੇ ਉਪਦੇਸ਼ 'ਚ ਮੰਨ ਗਿਆ, ਉਹ ਕੁਦਰਤੀ ਪਰਮੇਸ਼ਰ ਨੂੰ ਜਾਂ ਪਰਮੇਸ਼ਰ ਦੀ ਸ਼ਕਤੀ ਨੂੰ ਸਭ ਥਾਈਂ ਵਿਆਪਕ ਦੇਖ ਰਹੇ ਹਨ। ਗੁਰ ਸਭ ਦੀ ਸਭ ਬ੍ਰਹਮ ਪਛਾਨਿਆ। ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਉਹਨਾਂ ਨੇ ਸਾਰਿਆਂ 'ਚ ਵਿਆਪਕ ਪ੍ਰਭੂ ਨੂੰ ਹੀ ਪਹਿਚਾਣਿਆ ਹੈ। ਨਾਨਕ ਆਤਮ ਰਾਮ ਸਬਾਇਆ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸ਼ਬਦ ਸੰਪੂਰਨ ਹੋ ਰਹੇ ਨੇ। 22ਵਾਂ 16 ਸ਼ਬਦ ਸੰਪੂਰਨ ਕਰਦੇ ਆ। ਸਤਿਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਸਭ ਆਇਆ, ਸਾਰਿਆਂ 'ਚ ਰਾਮ ਪਰਮੇਸ਼ਰ ਆਪਣਾ ਆਪ ਰੂਪ ਹੋ ਕੇ ਆਇਆ ਵਸ ਰਿਹਾ ਹੈ। ਸਤਿਗੁਰ ਅਲਖ ਲਖਾਇਆ। ਇਹ ਜਿਹੜਾ ਬਚਨ ਹੈ ਇਹ ਪੂਜਨੀਕ ਸਤਿਗੁਰੂ ਜੀ ਨੇ ਹੀ ਲਖਣ ਤੋਂ ਰਹਿਤ ਪਰਮਾਤਮਾ ਨੂੰ ਜਨਾਉਣਾ ਕੀਤਾ, ਸਾਨੂੰ ਦੱਸਣਾ ਕੀਤਾ। ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਭੁੱਲਣਾ ਚੁੱਕਾ ਖਿਮਾ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਕੁਦਰਤ ਦੇਖ ਰਹੇ ਮਨ ਮਾਨਿਆ। ਗੁਰ ਸਬਦੀ ਸਭ ਬ੍ਰਹਮ ਪਛਾਨਿਆ। ਨਾਨਕ ਆਤਮ ਰਾਮ ਸਬਾਇਆ। ਗੁਰ ਸਤਿਗੁਰ ਲਖ ਲਖਾਇਆ। ਵਾਹਿਗੁਰੂ ਜੀ ਕਾ ਖਾਲਸਾ।